ਕੀ ਰਾਹੁਲ ਸਿੱਧੂ ਜੀ ਤੇ ਭੱਠਲ ਪਰਿਵਾਰ ਐਮਸੀ ਚੋਣਾਂ ਤੱਕ ਹੀ ਲਹਿਰੇ ਰਹਿਣਗੇ? ਇਹ ਐਮਸੀ ਇਲੈਕਸ਼ਨ ਕੱਲੀ ਭਾਈਚਾਰਕ ਇਲੈਕਸ਼ਨ ਨਹੀਂ, ਉਹ ਸਾਜ਼ਿਸ਼ ਹੈ। ਦੇਖੋ ਜੀ, ਇਹ ਜਿਹੜਾ ਮੰਚ ਹੈ ਇਹ ਲਹਿਰਾ ਵਿਕਾਸ ਮੰਚ ਨਹੀਂ, ਇਹ ਤਾਂ ਪਰਿਵਾਰ ਵਿਕਾਸ ਮੰਚ ਹੋਣਾ ਚਾਹੀਦਾ ਹੈ। ਉਹਨਾਂ ਦਾ ਮੁੱਦਾ ਹੀ ਮੈਂ ਉਹਨਾਂ ਦੀ ਇਹ ਧਮਕੀ ਹੁੰਦੀ ਹੈ ਵੀ ਲਹਿਰਾ ਮੇਰੀ ਜੇਬ 'ਚ ਪਾਇਆ ਵਾ, ਜਿੱਧਰ ਚਾਹਾਂ ਮੈਂ ਲਹਿਰੇ ਨੂੰ ਉੱਧਰ ਮੋੜ ਸਕਦਾ, ਇਹ ਤਾਂ ਮੇਰੀ ਜਾਗੀਰ ਹੈ। ਉਹ ਜਦੋਂ ਸਾਡੇ ਨਾਲ ਨਹੀਂ ਸੀ ਉਦੋਂ ਸਾਨੂੰ ਸ਼ਹਿਰ 'ਚੋਂ ਬਲਕਿ ਵੱਧ ਵੋਟਾਂ ਪਏ ਨੇ, ਜਦੋਂ ਜੁਆਇਨ ਕਰਕੇ ਉਹ ਜਿੰਨੀਆਂ ਪੈਂਦੀਆਂ ਸੀ ਉਹ ਵੀ ਘਟ ਗਈਆਂ। ਇਹ ਸਿਰਫ ਜਿਹੜਾ ਮੰਚ ਬਣਾਇਆ ਗਿਆ ਇਹ ਆਪਦਾ ਭਾਰ ਵਧਾਉਣ ਲਈ ਮੰਚ ਬਣਾਇਆ ਗਿਆ ਵੀ 2-4 ਸੀਟਾਂ ਤੇ ਅਸੀਂ ਆਪਦੇ ਬੰਦੇ ਖੜੇ ਕਰ ਦਈਏ, ਸਾਨੂੰ ਵੋਟਾਂ 4 ਪੈ ਜਾਣਗੀਆਂ ਤਾਂ ਉਹਨਾਂ ਦਾ ਕੱਲ ਨੂੰ ਅਸੀਂ ਸੌਦਾ ਕਰ ਸਕਾਂਗੇ। ਪ੍ਰਧਾਨ ਤੁਸੀਂ ਬਣਾ ਨਹੀਂ ਸਕਦੇ, ਮਿਊਨਿਸਪੈਲਿਟੀ ਤੁਸੀਂ ਚਲਾ ਨਹੀਂ ਸਕਦੇ, ਠੀਕ ਹੈ ਨਾ, ਤਾਂ ਐਮਸੀ ਜਿਤਾਇਆਂ ਦਾ ਵੀ ਕੀ ਫਾਇਦਾ? ਗੋਡੇ ਫੜ ਵੀ ਬਈ 10 ਲੱਖ ਰੁਪਏ ਦੀ ਗ੍ਰਾਂਟ ਪਾ ਦਿਓ, 20 ਲੱਖ ਦੀ ਗ੍ਰਾਂਟ ਪਾ ਦਿਓ, ਆਹ ਸੜਕ ਪਾ ਦਿਓ, ਆਹ ਢਾਈ ਪਾ ਦਿਓ, ਰਿਕੁਐਸਟ ਕਰ ਕਰਕੇ ਲੈ ਕੇ ਆਉਂਦਾ ਸੀਗਾ। ਜਿਹੜੇ ਲੋਕ ਬਲਕਿ ਪਹਿਲਾਂ ਸਾਡੇ ਪਿੱਛੇ ਫਿਰਦੇ ਸੀਗੇ ਉਹਨਾਂ ਕੋਲੇ ਅੱਜ ਮੈਨੂੰ ਜਾ ਕੇ ਕਰਨਾ ਪਿਆ, ਪਰ ਮੈਨੂੰ ਉਸ ਦਾ ਕੋਈ ਮਤਲਬ ਫੀਲ ਨਹੀਂ ਹੈ, ਕਿਉਂਕਿ ਮੇਰੇ ਲੋਕਾਂ ਲਈ ਅਗਰ ਮੈਨੂੰ ਭਿਖਾਰੀ ਵੀ ਬਣਨਾ ਪੈਂਦਾ ਤਾਂ ਮੈਂ ਉਸ ਨੂੰ ਵੀ ਮਾਣ ਦੀ ਗੱਲ ਸਮਝਦਾ। ਅਨਾਜ ਮੰਡੀ ਉਦੋਂ ਲੋਕ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਹੋ ਹੀ ਨਹੀਂ ਸਕਦਾ, ਵੀ ਐਵੇਂ ਵੀ ਬੀਬੀ ਭੱਠਲ ਕਹੀ ਜਾਂਦੇ ਮੈਂ ਅਨਾਜ ਮੰਡੀ ਬਣਾ ਦੂੰ, ਇੰਨਾ ਤਾਂ ਉੱਥੇ ਪਾਣੀ ਖੜਾ ਹੁੰਦਾ ਸੀਗਾ। ਤੇ ਲੋਕ ਕਹਿੰਦੇ ਸੀ ਜੀ ਸਾਨੂੰ ਉਦੋਂ ਖੰਡੇਬਾਦ ਜਾਣਾ ਪਿਆ ਕਰੂ ਜੀ ਅਨਾਜ ਮੰਡੀ ਲਈ, ਤੇ ਅੱਤਵਾਦ ਦਾ ਸਮਾਂ ਸਾਨੂੰ ਗੋਲੀਆਂ ਮਾਰ ਲੋਕ ਮਾਰ ਦੇਣਗੇ ਜਾਂ ਲੁੱਟ ਲਿਆ ਕਰਨਗੇ। ਵਿਰੋਧੀ ਧਿਰਾਂ ਵੱਲੋਂ ਜਿਹੜਾ ਨਹਿਰ ਦਾ ਪੁਲ ਬਣਿਆ ਹੋਇਆ ਉੱਥੇ ਲੰਬੀ ਸਿਆਸਤ ਕੀਤੀ ਜਾ ਰਹੀ ਹੈ। ਕੁਛ ਇਹੋ ਜਿਹੇ ਲੋਕ ਨੇ ਜਿਹੜੇ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਆ। ਆਪਾਂ ਕੱਚੇ ਪੁਲ ਨੂੰ ਖੋਲ ਦਾਂਗੇ, ਕੱਲ ਨੂੰ ਟੁੱਟ ਜਾਊਗਾ, ਕਿਸੇ ਦੀ ਜਾਨ ਮਾਲ ਦਾ ਨੁਕਸਾਨ ਹੋ ਸਕਦਾ। ਜੇ ਕਿਤੇ ਮਾੜੀ ਮੋਟੀ ਤਰੇੜ ਨਿਕਲ ਜਾਂਦੀ, ਜੇ ਕਿੱਦਾਂ ਨਿਕਲ ਜਾਂਦਾ, ਅਸੀਂ ਤਾਂ ਮਾਰੀ ਜਾਣਾ ਸੀ, ਨਾਲ ਕਿਸੇ ਗਰੀਬ ਦੀ ਡੈਥ ਹੋ ਸਕਦੀ ਸੀ। ਕਾਲਜ ਦੇ ਉੱਤੇ, ਹਾਲਾਂਕਿ ਉਹ ਸਰਕਾਰੀ ਕਾਲਜ ਸੀ, ਪਰ ਉਸ ਦੇ ਉੱਤੇ ਨਾਮ ਬਾਬਾ ਹੀਰਾ ਸਿੰਘ ਭੱਠਲ ਲਿਖਿਆ। ਉਹ ਇੱਕ ਭੱਠਲ ਤੋਂ ਚਿੜਦੇ ਹੋਏ ਇਹਨਾਂ ਨੇ ਇੱਕ ਦੇਸ਼ ਭਗਤ ਦਾ ਨਾਮ ਇਹਨਾਂ ਨੂੰ ਜ਼ਰਿਆ ਨਹੀਂ ਗਿਆ, ਉਸ ਵੀ ਇਹਨੂੰ ਖਤਮ ਕਰ ਦਈਏ ਕਾਲਜ। ਬਲਕਿ ਸੈਂਟਰ ਦੀ ਸਰਕਾਰ ਤੋਂ ਡਿਸਟ੍ਰਿਕਟ ਹਸਪੀਟਲ ਲੈ ਕੇ ਆਏ ਸੀ, ਪੂਰੇ ਸਟੇਟ ਦੀ ਸਰਕਾਰ ਨੇ ਉਹਨੂੰ PHC ਬਣਾ ਕੇ ਇੱਕ ਪਿੰਡ ਦਾ ਹਸਪੀਟਲ ਬਣਾ ਕੇ ਛੱਡਤਾ, ਜਿਹਨੂੰ ਚਲਾਇਆ ਹੀ ਨਹੀਂ। ਅੱਜ ਮਸ਼ੀਨਾਂ ਨੂੰ ਜਰ ਲੱਗੀ ਪਈ ਹੈ। ਉਹ ਅਕਾਲੀ ਦਲ ਦੀ ਸਰਕਾਰ ਨੇ, ਤੁਸੀਂ ਕਹਿੰਦੇ ਹੋ ਚਲਾਈ ਨਹੀਂ ਮਸ਼ੀਨਾਂ, ਉਹਨਾਂ ਨੂੰ ਜੰਗ ਲੱਗ ਗਈ। ਕੀ ਕਾਰਨ ਮੰਨਦੇ ਹੋ ਇਹਦੇ ਪਿੱਛੇ? ਕੀ ਵੱਡਾ ਕਾਰਨ? ਟੈਂਕਸ ਦੀ ਵਾਟਰ ਵਰਕਸ ਜਿਹੜਾ ਲੋਕ ਪੀਂਦੇ ਆ ਉਹਦੇ ਵਿੱਚ ਗੰਦਾ ਹਾਲ ਗਾਰ ਜੰਮੀ ਹੋਈ ਸੀ। ਮਤਲਬ ਮੈਂ ਖੁਦ ਜਾ ਕੇ ਦੇਖ ਕੇ ਆ ਵੀ ਯਾਰ ਆਹ ਪਾਣੀ ਅਸੀਂ ਪੀਂਦੇ ਹਾਂ। ਉਹ ਸਾਰੇ 10-12 ਸਾਲ ਬਾਅਦ ਉਹ ਟੈਂਕਸ ਦੀ ਸਫਾਈ ਕਰਾਈ ਹੈ, ਅਸੀਂ ਕਰਾਈ। ਉਹਦਾ ਮੌਜੂਦਾ MLA ਸਾਹਿਬ ਨੇ ਉਹ ਸੁੱਤੇ ਪਏ ਨੇ ਕਿ ਜਿਹੜੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਪਾ ਰਿਹਾ ਚੱਜ ਨਾਲ। ਮੌਜੂਦਾ MLA ਸਾਹਿਬ ਕੀ ਕਰਦੇ? ਸਾਡੇ ਪਰਿਵਾਰ ਵਾਲੇ ਚਾਹੇ ਸਾਨੂੰ ਜੋ ਮਰਜ਼ੀ ਕਹਿਣ, ਸਾਡੇ ਪਰਿਵਾਰ ਵਾਲਿਆਂ ਨੇ ਸਾਨੂੰ ਹਰਾਤਾ, ਕੋਈ ਗੱਲ ਨਹੀਂ, ਪਰ ਅਸੀਂ ਉਹਨਾਂ ਦੀ ਸੇਵਾ ਨਹੀਂ ਛੱਡਾਂਗੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਤੇ। ਮੈਂ ਕੋਮਲ ਸਿੰਗਲਾ। ਐਮਸੀ ਚੋਣਾਂ ਦੇ ਚੱਲਦਿਆਂ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ। ਵੱਖਰੀ ਪਾਰਟੀਆਂ ਵੱਲੋਂ ਆਪਣੇ ਢੰਗ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਵੇਲੇ ਅਸੀਂ ਮੌਜੂਦ ਹਾਂ ਹਲਕਾ ਲਹਿਰਾ ਗਾਗਾ ਦੇ ਵਿੱਚ, ਜਿੱਥੇ ਬੀਬੀ ਰਜਿੰਦਰ ਕੌਰ ਭੱਠਲ ਦੇ ਸੁਪੁੱਤਰ ਰਾਹੁਲ ਸਿੱਧੂ ਭੱਠਲ ਜੀ ਖੁਦ ਜਿਹੜਾ ਨੇ ਇਸ ਵਾਰ ਮਿਹਨਤ ਕਰ ਰਹੇ ਨੇ। ਜਾਣਦੇ ਹਾਂ ਉਹਨਾਂ ਤੋਂ। ਰਾਹੁਲ ਜੀ, ਸਿੱਧੂ ਜੀ, ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਤੇ। ਥੈਂਕ ਯੂ ਜੀ, ਤੁਹਾਡਾ ਵੀ ਲਹਿਰੇ ਸਵਾਗਤ ਹੈ। ਸਰ, ਇਸ ਵਾਰ ਦੇ ਜਿਹੜੇ ਐਮਸੀ ਚੋਣਾਂ ਨੇ ਉਸ ਦੇ ਵਿੱਚ ਤੁਹਾਡੇ ਵੱਲੋਂ ਬਹੁਤ ਮਿਹਨਤ ਕੀਤੀ ਜਾ ਰਹੀ ਹੈ। ਇਕੱਲੇ ਬੰਦੇ ਦੇ ਘਰ ਡੋਰ ਟੂ ਡੋਰ ਕੈਂਪੇਨ ਕਰ ਰਹੇ ਹੋ ਤੁਸੀਂ। ਇਹ ਜਿਹੜੀ ਚੋਣਾਂ ਨੇ ਤੁਹਾਡੇ ਲਈ ਕਿਉਂ ਇੰਪੋਰਟੈਂਟ? ਇਹ ਜੀ ਚੋਣਾਂ, ਵੈਸੇ ਅਸੀਂ ਆਮ ਤੌਰ ਤੇ ਐਮਸੀ ਚੋਣਾਂ ਦੇ ਵਿੱਚ, ਕਿਉਂਕਿ ਭਾਈਚਾਰਕ ਚੋਣਾਂ ਹੁੰਦੀਆਂ, ਕਦੇ ਜ਼ਿਆਦਾ ਇੰਟਰਫੇਅਰ ਕਰਿਆ ਨਹੀਂ, ਬਟ ਇਸ ਵਾਰ ਇਹ ਚੋਣਾਂ 2-3 ਗੱਲਾਂ ਕਰਕੇ ਇੰਪੋਰਟੈਂਟ ਨੇ ਜੀ। ਇੱਕ ਤਾਂ ਇਸ ਗੱਲ ਕਰਕੇ ਕਿਉਂਕਿ ਮੈਂ ਪਿੱਛੇ ਜੇ ਜੀ ਆਪਦਾ ਟੱਬਰ ਲੈ ਕੇ ਲਹਿਰਾ ਦੇ ਵਿੱਚ ਸ਼ਿਫਟ ਕਰ ਗਿਆ, ਕਿਉਂਕਿ ਪਹਿਲਾਂ ਬਿਜ਼ਨਸ ਕਰਕੇ ਮੇਰਾ ਬੜਾ ਮੁਸ਼ਕਿਲ ਰਹਿੰਦਾ ਸੀ। ਮੈਂ ਇਕੱਲਾ ਜਾਣਾ, ਪਰਿਵਾਰ ਦੇ ਵਿੱਚ ਇਕੱਲਾ ਬੇਟਾ, ਅਤੇ ਸਾਰੇ ਕਾਰੋਬਾਰ ਦੀ ਜ਼ਿੰਮੇਵਾਰੀ, ਪਰਿਵਾਰ ਦੀ ਰੋਜ਼ੀ ਰੋਟੀ ਚਲਾਉਣ ਦੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਸੀ, ਕਿਉਂਕਿ ਮੇਰੇ ਪਿਤਾ ਜੀ ਦਾ ਵੀ ਮੇਰੇ ਜਨਮ ਤੋਂ ਪਹਿਲਾਂ ਹੀ ਦੇਹਾਂਤ ਹੋ ਗਿਆ ਸੀਗਾ। ਅਤੇ ਸਾਡੇ ਕਦੇ ਮਤਲਬ ਇਹੋ ਜਿਹੀ ਸੋਚ ਨਹੀਂ ਰਹੀ ਵੀ ਕਿਸੇ ਗਲਤ ਤਰੀਕੇ ਨਾਲ ਕੋਈ ਪੈਸਾ ਕਮਾਇਆ ਜਾਵੇ ਜਾਂ ਲੋਕਾਂ ਦੀਆਂ ਜੇਬਾਂ ਵੱਢ ਕੇ ਆਪਦੇ ਘਰ ਭਰੇ ਜਾਣ। ਬੀਬੀ ਜੀ ਦੀ ਹਮੇਸ਼ਾ ਹੀ ਮਿਹਨਤ ਦੀ 10 ਨੌਹਾਂ ਦੀ ਕਿਰਤ ਦੀ ਕਮਾਈ ਰਹੀ ਹੈ। ਸੋ ਜੋ ਵੀ ਸਾਰਾ ਘਰ ਦਾ ਖਰਚਾ, ਰੋਜ਼ੀ ਰੋਟੀ ਜੋ ਵੀ ਚੱਲਦੀ ਸੀ ਉਹ ਮੇਰੇ ਹੀ ਮੋਢਿਆਂ 'ਤੇ ਸੀਗਾ। ਸੋ ਇਸ ਲਈ ਮੈਨੂੰ ਬਿਜ਼ਨਸ 'ਤੇ ਬੜਾ ਧਿਆਨ ਦੇਣਾ ਪੈਂਦਾ ਸੀਗਾ। ਥੋੜ੍ਹੀ ਸਿਹਤ ਦੀ ਵੀ ਮੇਰੀ ਦਿੱਕਤ ਰਹਿੰਦੀ ਸੀਗੀ, ਬਟ ਹੁਣ ਰੱਬ ਦੀ ਮਿਹਰ ਨਾਲ ਮੇਰਾ ਕਾਰੋਬਾਰ ਠੀਕ ਹੋਇਆ, ਸਿਹਤ ਠੀਕ ਹੋਈ, ਅਤੇ ਉਸ ਦੇ ਨਾਲ ਲੋਕਡਾਊਨ ਦੇ ਵਿੱਚ ਸਾਰਾ ਜਿਹੜਾ ਬਿਜ਼ਨਸ ਹੈ ਜੀ ਉਹ ਔਨਲਾਈਨ ਹੋਣ ਲੱਗ ਗਿਆ।
ਜੋ ਮੀਟਿੰਗਾਂ ਮੁਲਾਕਾਤਾਂ ਮੈਨੂੰ ਜਾ ਕੇ ਕਰਨੀਆਂ ਪੈਂਦੀਆਂ ਸੀ ਉਹ ਸਾਰੀਆਂ ਹੁਣ ਕੰਪਿਊਟਰਾਂ ਰਾਹੀਂ ਘਰ ਬੈਠੇ ਹੋ ਜਾਂਦੀਆਂ ਸੀ। ਸੋ ਉੱਥੇ ਮੈਨੂੰ ਤੇ ਬੀਬੀ ਜੀ ਨੂੰ ਇੱਕ ਮੌਕਾ ਲੱਗਿਆ ਕਿ ਇਹ ਮੌਕਾ ਹੈ ਜਦੋਂ ਆਪਾਂ ਇਹੀ ਕੰਮ ਘਰੇ ਬੈਠੇ ਜਿਹੜਾ ਕਰ ਰਹੇ ਹਾਂ ਇਹ ਲਹਿਰੇ ਬੈਠ ਕੇ ਵੀ ਕਰ ਸਕਦੇ ਹਾਂ। ਅਸੀਂ ਸ਼ੁਰੂ ਤੋਂ ਹੀ ਇਹ ਬੜੀ ਘਾਟ ਮਹਿਸੂਸ ਕਰਦੇ ਸੀ ਕਿ ਯਾਰ ਸਾਡੀ ਮੈਨ ਪਾਵਰ ਦੀ ਕਮੀ ਹੋਣ ਕਰਕੇ ਅਕਾਲ ਪੁਰਖ ਨੇ ਇਹੋ ਜਿਹੀ ਕਰੋਪੀਆਂ ਕਰਤੀਆਂ, ਪਰਿਵਾਰ ਦੇ ਵਿੱਚੋਂ ਸਾਰੇ ਜੀਅ ਖੋਲੇ ਤੇ ਸਾਨੂੰ ਬੜਾ ਵੰਡਿਆ ਜਾਂਦਾ। ਮੈਂ ਇਕੱਲਾ ਜਾਣਾ, ਮੈਂ ਕਦੇ ਇੱਧਰ ਆਉਣਾ ਭੱਜ ਕੇ, ਕਦੇ ਉੱਧਰ ਜਾਣਾ, ਕਦੇ ਕਿਤੇ ਜਾਣਾ। ਸੋ ਅਸੀਂ ਸ਼ੁਰੂ ਤੋਂ ਹੀ ਇਸ ਚੀਜ਼ ਨੂੰ ਬੜਾ ਮਹਿਸੂਸ ਕਰਦੇ ਸੀ, ਪਰ ਅਕਾਲ ਪੁਰਖ ਨੇ ਮੌਕਾ ਦਿੱਤਾ। ਸੋ ਅਸੀਂ ਉਸੇ ਹੀ ਟਾਈਮ ਫੈਸਲਾ ਕਰਿਆ ਕਿ ਮੈਂ ਹੁਣ ਸਾਰਾ ਆਪਦਾ ਜਿਹੜਾ ਬਿਜ਼ਨਸ ਹੈ ਇਹ ਲਹਿਰੇ ਤੋਂ ਬੈਠ ਕੇ ਚਲਾ ਸਕਦਾ ਤਾਂ ਮੇਰੇ ਟੱਬਰ ਨਾਲ ਉਰੇ ਸ਼ਿਫਟ ਹੋਵਾਂ। ਸੋ ਰੀਸੈਂਟਲੀ ਮੈਂ ਜੀ ਉਰੇ ਸ਼ਿਫਟ ਹੋ ਗਿਆ ਤੇ ਮੈਂ ਖੁਦ ਸਾਰੀ ਬਾਗਡੋਰ ਆਪਦੇ ਹੱਥ ਵਿੱਚ ਲੈ ਕੇ ਸਾਰਾ ਕੰਮ ਬਰੀਕੀ ਨਾਲ ਖੁਦ ਦੇਖ ਰਿਹਾ, ਸਮਝ ਰਿਹਾ, ਆਪਦੀ ਨਵੀਂ ਟੀਮ ਬਣਾ ਰਿਹਾ, ਸਾਰਾ ਕੁਝ ਕਰ ਰਿਹਾ। ਸੋ ਕੁਝ ਲੋਕਾਂ ਨੂੰ ਇਸ ਚੀਜ਼ ਤੋਂ ਡਰ ਪੈ ਗਿਆ ਕਿ ਐਤਕੀ ਵੈਸੇ ਵੀ ਇਲੈਕਸ਼ਨ ਈਅਰ ਹੈ, ਫੰਡਸ ਵਗੈਰਾ ਦੀ ਕੋਈ ਕਮੀ ਨਹੀਂ ਹੋਣੀ, ਪੈਸੇ ਗ੍ਰਾਂਟਾਂ ਗੱਫੇ ਖੁੱਲ੍ਹੇ ਆਉਣਗੇ ਤੇ ਖੁਦ ਆਪਦੇ ਕੋਲੋਂ ਸਾਰੀ ਕਮਾਂਡ ਸਾਂਭ ਲਈ ਤਾਂ ਇਹਨੇ ਕੰਮ ਵੀ ਪੂਰਾ ਸਿਰੇ ਦਾ ਕਰ ਦੇਣਾ। ਤੇ ਐਕਚੁਅਲ 'ਚ ਹੋਣ ਵੀ ਲੱਗ ਗਿਆ ਸੀਗਾ ਵੀ ਅਗਰ ਇਹ ਚੀਜ਼ ਹੋ ਗਈ ਤਾਂ ਇਹ ਸਾਡੀ ਤਾਂ ਜਿਹੜੀ ਰੋਜ਼ੀ ਰੋਟੀ ਹੈ ਬੰਦ ਹੋ ਜਾਣੀ ਹੈ। ਅਗਰ ਇਹਨੇ ਸਿੱਧਾ ਲੋਕਾਂ ਨਾਲ ਤਾਲੁਕਾਤ ਕਰ ਲਏ, ਸਿੱਧਾ ਲੋਕਾਂ ਨਾਲ ਉਹ ਕਰ ਲਿਆ। ਸੋ ਉਹਨਾਂ ਨੇ ਸਾਜ਼ਿਸ਼ ਤਹਿਤ ਬਗਾਵਤ ਕਰਕੇ ਸਾਡੀ ਪਾਰਟੀ 'ਚੋਂ ਆਪਦੇ ਕਨੀਓ ਸਾਰੇ MC ਕੈਂਡੀਡੇਟਸ ਦੇ ਵਿੱਚ ਕੁਛ ਆਪਦੇ ਟੱਬਰ ਦੇ ਲੋਕ ਖੜਾਤੇ, ਕੁਛ ਆਜ਼ਾਦਾਂ ਨੂੰ ਉਹ ਦਿੱਤਾ ਤਾਂ ਕਿ ਉਹ ਸਾਡਾ ਹੌਸਲਾ ਟੁੱਟੇ। ਸੋ ਇਹ MC ਇਲੈਕਸ਼ਨ ਇਕੱਲੀ ਭਾਈਚਾਰਕ ਇਲੈਕਸ਼ਨ ਨਹੀਂ, ਉਹ ਸਾਜ਼ਿਸ਼ ਹੈ। ਸੋ ਸਾਜ਼ਿਸ਼ ਨੂੰ ਤੋੜਨਾ ਮੈਨੂੰ ਪਿਆ, ਠੀਕ ਹੈ ਜੀ। ਇਸ ਲਈ ਮੈਨੂੰ ਅੱਗੇ ਆਉਣਾ ਪਿਆ ਵੀ ਲੋਕਾਂ ਨੂੰ ਦੱਸਾਂ ਇਹ ਭਾਈਚਾਰਕ ਇਲੈਕਸ਼ਨ ਨਹੀਂ ਰਹੀ, ਇਹ ਬਹੁਤ ਵੱਡੀ ਸਾਜ਼ਿਸ਼ ਹੈ। ਨੰਬਰ 1। ਨੰਬਰ 2 ਜੀ, ਜਿਵੇਂ ਮੈਂ ਦੱਸਿਆ ਵੀ ਮੈਂ ਖੁਦ ਪਰਸਨਲੀ ਸਾਰਾ ਟੇਕ ਓਵਰ ਕਰ ਰਿਹਾ, ਸਾਰਾ ਕੰਮ ਦੇਖ ਰਿਹਾ। ਸੋ ਉਸ ਦੇ ਲਈ ਮੇਰੇ ਲਈ ਬਹੁਤ ਇੰਪੋਰਟੈਂਟ ਹੈ ਮੇਰੀ ਮਿਊਨਿਸਪੈਲਿਟੀ ਹੋਣਾ, ਕਿਉਂਕਿ ਐਤਕੀ ਅਸੀਂ MLA ਵੀ ਹੈ ਨਹੀਂ। ਪਹਿਲਾਂ ਸਾਡੇ ਕੋਲ MLA ਦਾ ਰਾਸਤਾ ਸੀਗਾ ਕੋਈ ਵੀ ਚੀਜ਼ ਕਰਨ ਲਈ। ਸੋ ਹੁਣ ਅਸੀਂ ਇਕੱਲਾ ਮਿਊਨਿਸਪੈਲਿਟੀ ਤੇ ਮਤਲਬ ਥਰੂ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਸੋ ਇਸ ਲਈ ਸਾਡੀ ਮਿਊਨਿਸਪੈਲਿਟੀ ਸਾਡੇ ਕੋਲੇ ਹੋਣੀ ਬਹੁਤ ਜ਼ਰੂਰੀ ਹੈ। ਸੋ ਇਹ ਜਿਹੜੀ ਸਾਜ਼ਿਸ਼ ਨੂੰ ਦੂਰ ਕਰਨ ਲਈ ਤੇ ਆਪਦੀ ਇੱਕ ਚੰਗੀ ਟੀਮ ਉੱਭਰ ਕੇ ਆਵੇ ਉਸ ਨੂੰ ਦਿਖਾਉਣ ਲਈ ਮੈਨੂੰ ਫੀਲਡ ਦੇ ਵਿੱਚ ਉਤਰਨਾ ਪਿਆ ਜੀ। ਸਿੱਧੂ ਸਾਹਿਬ, ਤੁਸੀਂ ਦੱਸ ਸਕਦੇ ਹੋ ਕਿ ਜਿਹੜਾ ਭੱਠਲ ਪਰਿਵਾਰ ਵੱਲੋਂ ਅੱਜ ਤੱਕ ਲਹਿਰੇ ਦੇ ਵਿਕਾਸ ਲਈ ਕੀ ਕੰਮ ਕੀਤੇ ਗਏ? ਦੇਖੋ ਜੀ, ਲਹਿਰੇ ਦੀ ਤਾਂ ਜਦੋਂ ਬੀਬੀ ਜੀ ਨੇ ਬਾਗਡੋਰ ਸਾਂਭੀ ਸੀ, ਮੇਰੇ ਪਿਤਾ ਜੀ ਨੇ ਮੇਰੇ ਮਦਰ ਨੂੰ ਉਰੇ ਲੈ ਕੇ ਆਏ ਸੀ ਜਦੋਂ ਵਿਆਹ ਕੇ ਆਏ ਸੀਗੇ ਉਸ ਤੋਂ ਬਾਅਦ। ਸੋ ਉਦੋਂ ਜਦੋਂ ਹਲਕੇ ਦੀ ਬਾਗਡੋਰ ਸਾਂਭੀ ਸੀ ਉਦੋਂ ਸੱਚ ਮਾਨਿਓ ਦੱਸਦੇ ਹੁੰਦੇ ਆ ਵੀ ਉਸ ਵੇਲੇ ਕੁਛ ਵੀ ਨਹੀਂ ਸੀ ਉਰੇ। ਮਤਲਬ ਸੜਕਾਂ ਪਹੇ ਛੱਡੋ, ਮਤਲਬ ਜਮਾਂ ਹੀ ਕੱਚਾ ਮਾਹੌਲ ਸੀਗਾ, ਕੋਈ ਸਕੂਲ ਨਹੀਂ, ਕੋਈ ਕੁਛ ਨਹੀਂ। ਬੀਬੀ ਭੱਠਲ ਕਹਿੰਦੇ ਮੈਨੂੰ ਇਹ ਹੈਰਾਨਗੀ ਹੁੰਦੀ ਸੀ ਵੀ ਮੈਂ ਕਿੱਥੋਂ ਸ਼ੁਰੂ ਕਰਾਂ, ਕੁਛ ਤਾਂ ਬਣਿਆ ਹੋਵੇ। ਬਟ ਫਿਰ ਉਹਨਾਂ ਨੇ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਤਾਕਤ ਆਉਂਦੀ ਰਹੀ, ਸੜਕਾਂ ਦੇ ਜਾਲ ਵਿਛਾਏ। ਜਿਵੇਂ ਮੈਂ ਸੁਣਦਾ ਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਉਹ ਜਿਹੜੇ ਅਫਸਰਾਂ ਕੋਲੇ ਕਿਸੇ ਕੋਲੇ ਕੰਮ ਲਈ ਜਾਂਦੇ ਸੀ ਉਹ ਕਹਿੰਦੇ ਸੀ ਜਿਸ ਤਾਂ ਲਹਿਰੇ ਪਹੁੰਚ ਹੀ ਨਹੀਂ ਸਕਦੇ, ਸੜਕ ਹੀ ਨਹੀਂ ਹੈ। ਤਾਂ ਉਦੋਂ ਬੀਬੀ ਭੱਠਲ ਨੇ ਖਾਸ ਤੌਰ 'ਤੇ ਜਿਹੜੀ ਪਰਲੀ ਸਾਡੀ ਅੰਦਾਣਾ ਬੈਲਟ ਹੈਗੀ ਹੈ ਉੱਥੇ ਤਾਂ ਜਮਾਂ ਹੀ ਕੋਈ ਜੰਗਲ ਵਾਂਗੂ ਮਾਹੌਲ ਬਣਿਆ ਵਾ ਸੀ। ਤਾਂ ਉਹਨਾਂ ਸਮੇਂ 'ਚ 1985 ਦੇ ਵਿੱਚ 3 ਕਰੋੜ ਰੁਪਇਆ ਲਾ ਕੇ ਸੜਕਾਂ ਬਣਾਈਆਂ ਸੀਗੀਆਂ। ਸੋ ਉਹ ਸੜਕਾਂ ਦੇ ਜਾਲ ਵਿਛਾਏ ਜੀ, ਸਕੂਲ ਲਿਆਂਦੇ, ਕਿਤੇ ਪ੍ਰਾਇਮਰੀ, ਕਿਤੇ ਮਿਡਲ, ਕਿਤੇ ਕੁਛ ਲਿਆਂਦਾ। ਹੌਲੀ ਹੌਲੀ ਗ੍ਰਿਡ ਬਣਾਤੇ, ਪੁਲ ਬਣਾਤੇ, ਹੋਰ ਚੀਜ਼ਾਂ ਬਣਾਤੀਆਂ। ਉਹ ਢਾਂਚਾ ਖੜਾ ਕਰਦੇ ਕਰਦੇ ਲਿਆਂਦਾ। ਫਿਰ ਉਸ ਤੋਂ ਬਾਅਦ ਜਿਹੜੀ ਪਿਛਲੀ ਸਰਕਾਰ ਆਈ ਉਸ ਦੇ ਵਿੱਚ ਬੁਨਿਆਦੀ ਢਾਂਚੇ ਤੋਂ ਬਾਅਦ ਜਿਹੜੀਆਂ ਵੱਡੀਆਂ ਚੀਜ਼ਾਂ ਲਿਆਂਦੀਆਂ। ਲਹਿਰੇ ਸ਼ਹਿਰ ਦੀ ਅਗਰ ਗੱਲ ਕਰੀਏ ਤਾਂ ਲਹਿਰੇ ਸ਼ਹਿਰ ਦੇ ਵਿੱਚ ਅਸੀਂ ਇੱਕ GPF ਬਣਾਇਆ ਜੀ। ਉਹ ਮੂੰਹੋਂ ਬੋਲਦਾ ਕਿਉਂਕਿ ਉਦੋਂ ਸਾਡੀ ਜਿਹੜੀ ਮਿਊਨਿਸਪੈਲਿਟੀ ਸੀਗੀ ਲੋਕ ਅੱਜ ਤੱਕ ਵੀ ਮੰਨਦੇ ਆ। ਸੋਮਨਾਥ ਜੀ ਸਾਡੇ ਪ੍ਰਧਾਨ ਸੀਗੇ, ਮੈਂ ਉੱਥੋਂ ਸ਼ੁਰੂ ਕਰਨਾ ਚਾਹੂੰਗਾ। ਅੱਜ ਤੱਕ ਵੀ ਲੋਕ ਉਸ ਦੀਆਂ ਗੱਲਾਂ ਕਰਦੇ ਆ। ਉਦੋਂ GPF ਬਣਿਆ ਤੇ ਸਭ ਤੋਂ ਵੱਡੀ ਗੱਲ ਸੀਮਿੰਟ ਦੀਆਂ ਪੱਕੀਆਂ ਸੜਕਾਂ ਉਦੋਂ ਪਹਿਲੀ ਵਾਰੀ ਹੋਇਆ ਸੀ ਵੀ ਸੀਮਿੰਟ ਦੀਆਂ ਸੜਕਾਂ ਬਣੀਆਂ ਸੀਗੀਆਂ। ਪੱਲੇਦਾਰ ਯੂਨੀਅਨ ਬਣਾਈ, ਉਹਨਾਂ ਨੂੰ ਜਗ੍ਹਾ ਦੇ ਕੇ ਟੈਕਸੀ ਯੂਨੀਅਨਸ ਵਗੈਰਾ ਬਣਾਈਆਂ, ਟੈਕਸੀ ਸਟੈਂਡ ਬਣਾਏ। ਅਨਾਜ ਮੰਡੀ ਉਦੋਂ ਲੋਕ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਹੋ ਹੀ ਨਹੀਂ ਸਕਦਾ, ਵੀ ਐਂ ਵੀ ਬੀਬੀ ਭੱਠਲ ਕਹੀ ਜਾਂਦੇ ਮੈਂ ਅਨਾਜ ਮੰਡੀ ਬਣਾ ਦੂੰ। ਇੰਨਾ ਤਾਂ ਉੱਥੇ ਪਾਣੀ ਖੜਾ ਹੁੰਦਾ ਸੀਗਾ। ਸਾਰੀ ਜਿਹੜੀ ਕਣਕ ਹੈ ਸਾਡੇ ਉਰੇ ਰੁਲਦੀ ਪਿੰਦੀ ਹੁੰਦੀ ਸੀਗੀ ਗਲੀਆਂ ਤੇ ਸੜਕਾਂ ਤੇ। ਤੇ ਲੋਕ ਕਹਿੰਦੇ ਸੀ ਜੀ ਸਾਨੂੰ ਉਦੋਂ ਖੰਡੇਬਾਦ ਜਾਣਾ ਪਿਆ ਕਰੂ ਜੀ ਅਨਾਜ ਮੰਡੀ ਲਈ, ਤੇ ਅੱਤਵਾਦ ਦਾ ਸਮਾਂ ਸਾਨੂੰ ਗੋਲੀਆਂ ਮਾਰ ਮਾਰ ਲੋਕ ਮਾਰ ਦੇਣਗੇ ਜਾਂ ਲੁੱਟ ਲਿਆ ਕਰਨਗੇ। ਬੀਬੀ ਜੀ ਸਾਡੀ ਅਗਰ ਅਨਾਜ ਮੰਡੀ ਬਣ ਜੇ ਸਾਡੀ ਆਉਣ ਵਾਲੀ ਪੀੜ੍ਹੀਆਂ ਵੀ ਤੁਹਾਨੂੰ ਵੋਟ ਪਾਉਣਗੀਆਂ। ਤੇ ਉਦੋਂ ਬੀਬੀ ਜੀ ਨੇ ਉਹ ਅਨਾਜ ਮੰਡੀ ਬਣਾ ਕੇ ਦਿਖਾਈ। ਐਡੀ ਵੱਡੀ ਅਨਾਜ ਮੰਡੀ ਸਾਡੇ ਇੱਥੇ ਬਣੀ ਹੈ ਜੋ ਇੱਕ ਰਿਕਾਰਡ ਹੈ ਨਾ। ਹੋਰ ਵੀ ਬਹੁਤ ਚੀਜ਼ਾਂ। ਤਾਂ ਉਸ ਤੋਂ ਬਾਅਦ ਫਿਰ ਅੱਗੇ ਸਰਕਾਰਾਂ ਆਈਆਂ, ਉਦੋਂ ਮਤਲਬ ਸਕੂਲਸ ਬਣਾਏ। ਫਿਰ ਹੌਸਪੀਟਲ ਦੀ ਬਹੁਤ ਵੱਡੀ ਦਿੱਕਤ ਸੀਗੀ। ਉਦੋਂ ਗੁਲਾਮ ਨਬੀ ਆਜ਼ਾਦ ਜੀ ਨੂੰ ਅਸੀਂ ਸੈਂਟਰ 'ਚ ਮੰਤਰੀ ਸੀਗੇ, ਉਦੋਂ ਪਹਿਲਾਂ ਨਿੱਕਾ ਜਿਹਾ ਹੌਸਪੀਟਲ ਬਣਵਾਇਆ ਵਾ ਸੀ। ਬਟ ਗੁਲਾਮ ਨਬੀ ਆਜ਼ਾਦ ਜੀ ਤੋਂ ਫਿਰ ਅਸੀਂ ਇੱਕ ਵੱਡਾ ਇਹਨੂੰ ਕਰਾਇਆ ਹੌਸਪੀਟਲ, ਜਿਹਨੂੰ ਅਸੀਂ ਬਲਕਿ ਸੈਂਟਰ ਦੀ ਸਰਕਾਰ ਤੋਂ ਡਿਸਟ੍ਰਿਕਟ ਹੌਸਪੀਟਲ ਲੈ ਕੇ ਆਏ ਸੀ। ਉਰੇ ਸਟੇਟ ਦੀ ਸਰਕਾਰ ਨੇ ਉਹਨੂੰ PHC ਬਣਾ ਕੇ ਇੱਕ ਪਿੰਡ ਦਾ ਹੌਸਪੀਟਲ ਬਣਾ ਕੇ ਛੱਡਤਾ, ਜਿਹਨੂੰ ਚਲਾਇਆ ਹੀ ਨਹੀਂ। ਅੱਜ ਮਸ਼ੀਨਾਂ ਨੂੰ ਜਰ ਲੱਗੀ ਪਈ ਹੈ, ਪਰ ਸਰਕਾਰ ਨੇ, ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀ, ਥੱਲੇ ਚਲਾਉਣਾ ਉਹਨਾਂ ਨੇ ਸੀਗਾ। ਸੋ ਇਸ ਤੋਂ ਇਲਾਵਾ ਫਲਾਈਓਵਰਸ, ਕਾਲਜਿਸ। ਸਰ, ਕੀ
ਕੀ ਲੱਗਦਾ ਤੁਹਾਨੂੰ ਅਕਾਲੀ ਦਲ ਦੀ ਸਰਕਾਰ ਨੇ, ਤੁਸੀਂ ਕਹਿੰਦੇ ਹੋ ਚਲਾਈ ਨਹੀਂ ਮਸ਼ੀਨਾਂ, ਉਹਨਾਂ ਨੂੰ ਜੰਗ ਲੱਗ ਗਈ, ਕੀ ਕਾਰਨ ਮੰਨਦੇ ਹੋ ਇਹਦੇ ਪਿੱਛੇ? ਵੱਡਾ ਕਾਰਨ ਕੀ ਹੈ? ਇਹਦੇ ਪਿੱਛੇ ਜੀ ਰਾਜਨੀਤੀ ਤੇ ਛੋਟੀ ਸੋਚ। ਉਹਨਾਂ ਨੂੰ ਦੇਖੋ, ਅਸੀਂ ਅੱਜ ਤੱਕ ਕੋਈ ਵੀ ਕੰਮ ਇਦਾਂ ਨਹੀਂ ਕਰਿਆ ਵੀ ਯਾਰ ਇਹਦਾ ਕੀ ਕ੍ਰੈਡਿਟ ਹੈ ਕੀ ਨਹੀਂ। ਨੋ ਡਾਊਟ ਹਰੇਕ ਪੋਲੀਟੀਕਲ ਬੰਦੇ ਨੂੰ ਲਾਲਚ ਹੁੰਦਾ ਵੀ ਮੈਂ ਅੱਛਾ ਕੰਮ ਕਰੂੰਗਾ ਮੈਨੂੰ ਵੋਟਾਂ ਪੈਣਗੀਆਂ, ਪਰ ਕਈ ਕੰਮ ਆਪਾਂ ਨੂੰ ਵੋਟਾਂ ਤੋਂ ਉੱਤੇ ਉੱਠ ਕੇ ਕਰਨੇ ਪੈਂਦੇ ਆ। ਹੁਣ ਇਹ ਜਿਵੇਂ ਹਸਪੀਟਲ ਦੀ ਮੈਂ ਤੁਹਾਨੂੰ ਉਦਾਹਰਨ ਦੇ ਰਿਹਾ, ਐਡਾ ਵੱਡਾ ਤੇ ਆਧੁਨਿਕ ਹਸਪੀਟਲ ਅਸੀਂ ਲਿਆਂਦਾ ਸੀਗਾ ਕਿਉਂਕਿ ਅਸੀਂ ਦੇਖਿਆ ਵੀ ਉਰੇ ਸਾਡੇ ਯਾਰ ਬੇਸਿਕ ਬੁਨਿਆਦੀ ਮੈਡੀਕਲ ਫੈਸਿਲਿਟੀਆਂ ਕਾਰਨ ਹੀ ਡੈਥਸ ਹੋ ਜਾਂਦੀਆਂ ਨੇਗੀਆਂ। ਉਸ ਨੂੰ ਇਹਨਾਂ ਨੇ 10 ਸਾਲ ਚਲਾਇਆ ਹੀ ਨਹੀਂ। ਜਿਹੜੀ ਮਸ਼ੀਨਰੀ ਸੀਗੀ ਉਹ ਜੰਗ ਲੱਗ ਗਈ, ਆਪਣਾ ਡਾਕਟਰਸ ਭੇਜੇ ਨਹੀਂ। ਹੁਣ ਪ੍ਰੋਬਲਮ ਸਾਨੂੰ ਕੀ ਆ ਰਹੀ ਹੈ, ਜਦੋਂ ਅਸੀਂ ਡਿਮਾਂਡ ਕਰਦੇ ਹਾਂ ਵੀ ਆਹ ਮਸ਼ੀਨਰੀ ਸਾਨੂੰ ਦੁਬਾਰਾ ਤੋਂ ਦਿਓ, ਤਾਂ ਉਹ ਕਾਗਜ਼ਾਂ ਦੇ ਵਿੱਚ ਉਹ ਕਹਿੰਦੇ ਜੀ ਆਲਰੇਡੀ ਤੁਹਾਡੇ ਕੋਲ ਤਾਂ ਮਸ਼ੀਨਾਂ ਹੈਗੀਆਂ, ਯੂ ਡੋਂਟ ਨੀਡ ਦਿਸ। ਤਾਂ ਸਾਨੂੰ ਨਵੀਂ ਮਸ਼ੀਨ ਮਿਲ ਨਹੀਂ ਪਾ ਰਹੀ, ਪੁਰਾਣੀ ਮਸ਼ੀਨ ਚੱਲ ਨਹੀਂ ਰਹੀ ਕਿਉਂਕਿ ਉਹਦੇ 'ਤੇ ਜ਼ਰ ਲੱਗੀ ਪਈ ਹੈ। ਫਿਰ ਜਿਹੜਾ ਅਸੀਂ ਡਿਸਟ੍ਰਿਕਟ ਲੈਵਲ ਦਾ ਹਸਪੀਟਲ ਲੈ ਕੇ ਆਏ ਸੀਗੇ, ਉਸ ਨੂੰ ਇਹਨਾਂ ਨੇ ਚੱਕ ਕੇ PHC ਬਣਾਤਾ। ਹੁਣ ਉਸ ਨੂੰ ਅਪਗ੍ਰੇਡ ਕਰਾਉਣ ਲਈ ਹੀ ਸਾਨੂੰ ਇੰਨੀਆਂ ਮੁਸ਼ੱਕਤਾਂ ਕਰਨੀਆਂ ਪੈ ਰਹੀਆਂ। 2-3 ਸਾਲ ਤੋਂ ਅਸੀਂ ਲੱਗੇ ਹੋਏ ਹਾਂ ਵੀ ਉਹ ਦੁਬਾਰਾ ਤੋਂ ਡਿਸਟ੍ਰਿਕਟ ਹਸਪੀਟਲ ਹੋਵੇ ਤਾਂ ਕਿ ਸਾਡੇ ਉਰੇ ਦੁਬਾਰਾ ਤੋਂ ਡਾਕਟਰਸ ਆਉਣ। ਹੁਣ ਪਿੱਛੇ ਜੇ ਅਸੀਂ 1-2 ਡਾਕਟਰਸ ਵੀ ਬੁਲਾਏ ਨੇ। ਉਵੇਂ ਇੱਕ ਕਾਲਜ ਬਣਾਇਆ ਸੀ ਜੀ ਅਸੀਂ ਉਰੇ, ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ। ਐਡੀ ਤਕੜੀ ਚੀਜ਼ ਇੱਥੇ ਬਣੀ ਸੀਗੀ, ਉਹਦੇ ਵਿੱਚ ਮਤਲਬ ਕਈ 100 ਬੰਦਿਆਂ ਨੂੰ ਤਾਂ ਨੌਕਰੀਆਂ ਮਿਲੀਆਂ, ਕਈ 100 ਪਰਿਵਾਰ ਤਾਂ ਉਹਦੇ ਅੰਦਰ ਰੁਜ਼ਗਾਰ ਨਾਲ ਜੁੜੇ। ਉਸ ਤੋਂ ਇਲਾਵਾ ਜਿਹੜੇ 4-5 ਸਟੇਟਾਂ ਤੋਂ ਉਰੇ ਬੱਚੇ ਪੜ੍ਹਨ ਆਏ, ਉਸ ਵੇਲੇ ਮੈਂ ਖੁਦ ਦੇਖਿਆ ਕਿ ਸਾਡੀ ਸ਼ਹਿਰ ਦੀ ਐ ਤਰੱਕੀ ਹੋਈ। ਸਾਡੇ ਬਾਜ਼ਾਰ ਮਤਲਬ ਮੇਲੇ ਲੱਗਣ ਵਾਲੀ ਕਹਾਣੀ ਹੋ ਗਈ ਸੀ, ਚੰਗੇ ਚੰਗੇ ਸ਼ੋਅਰੂਮਸ ਬਣ ਗਏ, PGs ਬਣ ਗਏ, ਹੈ ਨਾ, ਡਿਵੈਲਪਮੈਂਟ ਹੋ ਗਈ। ਪਰ ਉਦੋਂ ਬਾਅਦ ਜਦੋਂ ਅਕਾਲੀ ਦਲ ਦੀ ਸਰਕਾਰ ਆਈ, ਉਸ ਕਾਲਜ ਨੂੰ ਇੰਨੀ ਬੁਰੀ ਤਰ੍ਹਾਂ ਮਾਰਨਾ ਸ਼ੁਰੂ ਕਰਤਾ। ਸਿਰਫ ਕਿਉਂ? ਕਿਉਂਕਿ ਉਸ ਕਾਲਜ ਦੇ ਉੱਤੇ, ਹਾਲਾਂਕਿ ਉਹ ਸਰਕਾਰੀ ਕਾਲਜ ਸੀ, ਪਰ ਉਸ ਦੇ ਉੱਤੇ ਨਾਮ ਬਾਬਾ ਹੀਰਾ ਸਿੰਘ ਭੱਠਲ ਲਿਖਿਆ ਗਿਆ। ਉਹ ਇੱਕ ਭੱਠਲ ਤੋਂ ਚਿੜਦੇ ਹੋਏ ਇਹਨਾਂ ਨੇ ਇੱਕ ਦੇਸ਼ ਭਗਤ ਦਾ ਨਾਮ ਇਹਨਾਂ ਨੂੰ ਜ਼ਰਿਆ ਨਹੀਂ ਗਿਆ, ਉਸ ਵੀ ਇਹਨੂੰ ਖਤਮ ਕਰ ਦਈਏ ਕਾਲਜ ਨੂੰ। ਉਹਦਾ ਇੰਨਾ ਕੁ ਬੁਰਾ ਹਾਲ ਕਰਤਾ ਜੀ ਉਹ ਕਾਲਜ ਅੱਜ ਇੰਨੇ ਗੰਦੇ ਹਾਲਾਤ ਦੇ ਵਿੱਚ ਤੇ ਇੰਨੇ ਘਾਟੇ 'ਚ ਹੈ ਕਿ ਉਸ ਨੂੰ ਸਾਨੂੰ 3-4 ਸਾਲ ਹੋ ਗਏ ਬਚਾਉਣ ਲੱਗੇ ਪਏ ਆ। ਹੁਣ ਮਾੜਾ ਜਿਹਾ ਸਾਹਾਂ ਤੇ ਕਰਿਆ ਸੀ, ਪਰ ਅਸੀਂ ਵੀ ਹੱਟੀਆਂ। ਅਸੀਂ ਵੀ ਕਹਿੰਦੇ ਜਿੰਨਾ ਮਰਜ਼ੀ ਮਾਰ ਲਓ, ਮਰਨ ਅਸੀਂ ਵੀ ਨਹੀਂ ਦਿੰਦੇ। ਕਾਲਜ ਫਿਰ ਠਾਠਾ ਮਾਰਦਾ, ਹੁਣ ਉਹਨੂੰ ਯੂਨੀਵਰਸਿਟੀ ਕੈਂਪਸ ਬਣਾ ਕੇ ਛੱਡਾਂਗੇ। ਸਿੱਧੂ ਸਾਹਿਬ, ਮਿਊਨਿਸਪਲ ਕਾਰਪੋਰੇਸ਼ਨ ਲਈ ਭੱਠਲ ਪਰਿਵਾਰ ਵੱਲੋਂ ਕੋਈ ਵਿਕਾਸ ਦਾ ਕੰਮ ਕੀਤਾ ਗਿਆ ਕਦੀ? ਹਾਂਜੀ, ਜਿਹੜੀ ਸਾਡੀ ਹੁਣ ਵੀ MC ਸੀਗੀਆਂ, ਉਹਨਾਂ ਨੇ ਜਿਵੇਂ ਪਹਿਲਾਂ ਦੱਸਿਆ, ਆ ਵੀ ਸਾਡੇ ਸਾਰੇ ਜਿਹੜੇ ਕੰਮ ਨੇ, GPF ਬਣਿਆ, ਅਨਾਜ ਮੰਡੀਆਂ ਬਣੀਆਂ, ਸਾਰੀ ਮਿਊਨਿਸਪਲ ਕਾਰਪੋਰੇਸ਼ਨ ਦੇ ਸਮੇਂ 'ਚ ਹੀ ਬਣੀਆਂ ਸੀਗੀਆਂ। ਬਟ ਹੁਣ ਵੀ ਜਿਵੇਂ ਰੀਸੈਂਟਲੀ ਅਸੀਂ ਹੁਣ ਨਵੀਆਂ ਦੁਕਾਨਾਂ ਕੱਟੀਆਂ ਨੇਗੀਆਂ ਐਤਕੀ, ਉਹਦੇ ਨਾਲ ਕਾਫੀ ਮਾਰਕੀਟ ਵੀ ਬਣੀ ਹੈ, ਲੋਕਾਂ ਨੂੰ ਵੀ ਫਾਇਦਾ ਹੋਇਆ ਅਤੇ ਜਿਹੜੀ ਮਿਊਨਿਸਪੈਲਿਟੀ ਉਹਨੂੰ ਵੀ ਆਮਦਨ ਹੋਈ ਹੈ ਨਾ। ਇਸ ਤੋਂ ਇਲਾਵਾ ਇੱਕ ਵਾਟਰ ਵਰਕਸ ਹੈ ਜੀ ਸਾਡੇ ਉਰੇ, ਉਹਦੇ ਟੈਂਕਸ ਦੀ ਵਾਟਰ ਵਰਕਸ ਜਿਹੜਾ ਲੋਕ ਪੀਂਦੇ ਆ, ਉਹਦੇ ਵਿੱਚ ਗੰਦਾ ਹਾਲ ਗਾਰ ਜੰਮੀ ਹੋਈ ਸੀ। ਮਤਲਬ ਮੈਂ ਖੁਦ ਜਾ ਕੇ ਦੇਖ ਕੇ ਆਇਆ ਵੀ ਯਾਰ ਆਹ ਪਾਣੀ ਅਸੀਂ ਪੀਂਦੇ ਹਾਂ। ਉਹ ਸਾਰੇ 10-12 ਸਾਲ ਬਾਅਦ ਉਹ ਟੈਂਕਸ ਦੀ ਸਫਾਈ ਕਰਾਈ ਹੈ, ਅਸੀਂ ਕਰਾਈ। ਉਸ ਦੇ ਨਾਲ ਨਾਲ ਉਹ ਜਿਹੜਾ ਵਾਟਰ ਵਰਕਸ ਮੌਜੂਦਾ MLA ਸਾਹਿਬ ਨੇ, ਉਹ ਸੁੱਤੇ ਪਏ ਨੇ ਕਿ ਜਿਹੜੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਪਾ ਰਿਹਾ ਚੱਜ ਨਾਲ। ਮੌਜੂਦਾ MLA ਸਾਹਿਬ ਕੀ ਕਰਦੇ ਨੇ? ਦੇਖੋ ਜੀ, ਇਹਦੇ ਬਾਰੇ ਤਾਂ ਹੁਣ ਉਹੀ ਦੱਸ ਸਕਣਗੇ ਕੀ ਕਰਦੇ ਨੇ। ਮੈਂ ਤਾਂ ਆਪਦੀ ਕਾਰਗੁਜ਼ਾਰੀ ਦੱਸ ਰਿਹਾ ਕਿ ਉਹ ਵਾਟਰ ਵਰਕਸ ਦਾ ਜਿਹੜਾ ਏਰੀਆ ਸੀ ਜੀ, ਉਸ ਨੂੰ ਅਸੀਂ ਪੂਰਾ ਤਿਆਰ ਕਰਾਇਆ, ਹੈ ਨਾ। ਇਸ ਤੋਂ ਇਲਾਵਾ ਅਸੀਂ ਇੱਕ ਫਾਇਰ ਬ੍ਰਿਗੇਡ ਟੈਂਕਰ ਉਰੇ ਲੈ ਕੇ ਆਏ ਕਿਉਂਕਿ ਉਰੇ ਸਾਡੇ ਪਿੱਛੇ ਜੇ ਅੱਗ ਲੱਗ ਗਈ ਸੀਗੀ ਅਤੇ ਉਹਦੇ ਨਾਲ ਕਾਫੀ ਨੁਕਸਾਨ ਹੋਇਆ ਸੀਗਾ। ਤਾਂ ਅਸੀਂ ਕਿਹਾ ਵੀ ਇਹ ਦੁਬਾਰਾ ਇਹ ਚੀਜ਼ ਨਹੀਂ ਹੋਣ ਦੇਣੀ, ਫਾਇਰ ਬ੍ਰਿਗੇਡ ਦਾ ਇੰਤਜ਼ਾਮ ਕਰਾਇਆ। ਫਿਰ ਬਿਊਟੀਫਿਕੇਸ਼ਨ 'ਤੇ ਅਸੀਂ ਕਾਫੀ ਜ਼ੋਰ ਦਿੱਤਾ ਜੀ। ਸਾਡੀ ਜਿਵੇਂ ਰਾਮੀ ਵਾਲੀ ਖੂਹੀ ਹੈ, ਉਸ ਨੂੰ ਅਸੀਂ ਪ੍ਰਾਈਵੇਟ ਕੁਛ ਬੰਦਿਆਂ ਨੂੰ ਨਾਲ ਲੈ ਕੇ, ਸਾਡੇ ਕੁਛ ਸਕੂਲਸ ਅਤੇ ਕਾਲਜਸ ਦੀ ਅਸੀਂ ਹੈਲਪ ਲੈ ਕੇ ਉਹਨੂੰ ਬੜਾ ਸੋਹਣਾ ਬਿਊਟੀਫਾਈ ਕਰ ਰਹੇ ਹਾਂ ਦੁਬਾਰਾ ਤੋਂ। ਕਈ ਹੋਰ 2-3 ਚੌਂਕ ਅਸੀਂ ਲਿੱਤੇ ਆ ਜਿਨ੍ਹਾਂ ਦੀ ਬਿਊਟੀਫਿਕੇਸ਼ਨ ਕਰ ਰਹੇ ਹਾਂ। ਬੜੀ ਸੋਹਣੀ ਵਾਲ ਪੇਂਟਿੰਗਸ ਵਗੈਰਾ ਕਰਾਈਆਂ ਕਿਉਂਕਿ ਦੇਖੋ ਕਈ ਲੋਕ ਨਾ ਇਸ ਨੂੰ ਇੰਪੋਰਟੈਂਟ ਨਹੀਂ ਸਮਝਦੇ, ਕਹਿੰਦੇ ਜੀ ਰੰਗ ਰੋਗਨ ਕਰਾਈ ਜਾਂਦੇ, ਸਾਨੂੰ ਕੀ ਫਾਇਦਾ। ਬਟ ਉਹ ਇਹ ਨਹੀਂ ਸਮਝਦੇ ਵੀ ਜੇ ਸਾਡਾ ਆਲਾ ਦੁਆਲਾ ਸੋਹਣਾ ਹੋਊਗਾ, ਸਾਡਾ ਸ਼ਹਿਰ ਸੋਹਣਾ ਹੋਊਗਾ, ਅਸੀਂ ਬਿਊਟੀਫਿਕੇਸ਼ਨ ਕਰਾਂਗੇ ਤਾਂ ਸਾਡੀ ਮਾਨਸਿਕ ਸਥਿਤੀ ਵੀ ਇੰਪਰੂਵ ਹੁੰਦੀ ਹੈ। ਹਰ ਇਨਸਾਨ ਇੱਕ ਸਾਫ਼ ਸੁਥਰੀ ਸੋਹਣੀ ਜਗ੍ਹਾ 'ਤੇ ਰਹਿਣਾ ਚਾਹੁੰਦਾ ਹੈ। ਅਤੇ ਅਸੀਂ ਤਾਂ ਜਿੰਨੀ ਵੀ ਇਹ ਵਾਲ ਪੇਂਟਿੰਗਸ ਵਗੈਰਾ ਕਰਾਈਆਂ, ਬੜੇ ਚੰਗੇ ਮੈਸੇਜ ਵਾਲੀਆਂ ਕਰਾਈਆਂ ਹੈਗੀਆਂ ਵੀ ਖੂਬਸੂਰਤੀ ਸਾਡੇ ਏਰੀਏ ਦੇ ਵਿੱਚ ਹੋਵੇ, ਪਲਾਂਟਸ ਕਰਵਾਏ ਹੈ। ਇਸ ਤੋਂ ਇਲਾਵਾ ਮਸ਼ੀਨਾਂ ਕਈ ਲਿਆਂਦੀਆਂ ਨੇ ਜੀ ਅਸੀਂ, ਬੜੀ ਵੱਡੀ ਲਿਸਟ ਹੈ ਜਿਹੜੀ ਅਸੀਂ, ਕਿਉਂਕਿ ਟੈਕਨੋਲੋਜੀ ਨਾਲ ਕੰਮ ਬਹੁਤ ਇੰਪਰੂਵ ਹੋ ਜਾਂਦਾ ਹੈ ਨਾ। ਹੁਣ ਜਿਵੇਂ ਕੰਪੋਸਟਿੰਗ ਮਸ਼ੀਨਸ ਲਿਆਂਦੀਆਂ, ਜਿਹੜੀ ਗੰਦੇ ਜਿਹੜਾ ਵੇਸਟ ਹੈਗਾ ਉਸ ਤੋਂ ਉਹ ਖਾਦ ਬਣਾ ਦਿੰਦੀ ਹੈ। ਅਤੇ ਅਸੀਂ ਉਸ ਤੋਂ ਇਲਾਵਾ ਡਰਾਈ ਐਂਡ ਵੈਟ ਵੇਸਟ ਸੈਗਰੀਗੇਸ਼ਨ ਮਸ਼ੀਨ ਲਿਆਂਦੀ ਹੈ, ਜਿਹ 'ਚ ਅਲੱਗ-ਅਲੱਗ ਤਰ੍ਹਾਂ ਦਾ ਅਸੀਂ ਉਹਦੇ ਅੰਦਰ ਕੂੜਾ ਇਕੱਠਾ ਕਰਦੇ ਹਾਂ, ਡੰਪ ਕਰਦੇ ਹਾਂ। ਟੈਂਕਰ ਹੈਗਾ ਸਾਡਾ, ਹੈ ਨਾ। ਹੋਰ ਵੀ ਵੇਸਟ ਦੀ ਇੱਕ ਸਕਿੰਗ ਮਸ਼ੀਨ ਹੈ ਜੀ, ਜੋ ਸਾਰੀ ਗੰਦੀ ਗਾਰ ਭਰੀ ਹੁੰਦੀ ਹੈ ਸਾਡੀ ਸਾਰੀ ਉਹਦੇ ਵਿੱਚ ਸੀਵਰੇਜ ਦੇ ਵਿੱਚ,
ਉਸ ਨੂੰ ਪ੍ਰੈਸ਼ਰ ਨਾਲ ਕੱਢ ਕੇ ਬਾਹਰ ਕੱਢ ਦਿੰਦੀ ਆ ਤਾਂ ਕਿ ਸਾਡੀ ਗਲੀਆਂ ਨਾਲੀਆਂ ਸਾਡੀ ਨਾਲੀਆਂ ਚੱਲਦੀਆਂ ਰਹਿਣ, ਹੈ ਨਾ। ਸੋ ਇਸ ਤਰ੍ਹਾਂ ਦੀਆਂ ਕਈ ਮਸ਼ੀਨਾਂ ਲਿਆਂਦੀਆਂ। ਸਟੇਡੀਅਮ ਦੇ ਵਿੱਚ ਸਾਡੇ ਟਰੈਕ ਦੀ ਸੀਗੀ ਜ਼ਰੂਰਤ, ਉਹ ਅਸੀਂ ਟਰੈਕ ਬਣਾਇਆ, ਬੈਡਮਿੰਟਨ ਕੋਰਟ ਬਣਾਇਆ ਤਾਂ ਕਿ ਸਾਡੇ ਬੱਚੇ ਖੇਡ ਸਕਣ, ਹੈ ਨਾ। ਕੰਪੋਸਟਿੰਗ ਪਿਟਸ ਪੂਰੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਜਗ੍ਹਾ 'ਤੇ ਬਣਾਏ ਗਏ। ਸਟਰੀਟ ਲਾਈਟਾਂ ਵਗੈਰਾ ਤਾਂ ਚਲੋ ਬਹੁਤ ਜ਼ਿਆਦਾ ਹੀ ਬਣਾਈਆਂ ਨੇਗੀਆਂ। ਫਿਰ ਪਬਲਿਕ ਟੋਇਲਟਸ ਦੀ ਬੜੀ ਦਿੱਕਤ ਸੀ। ਅਸੀਂ ਸ਼ੁਲਭ ਵਾਲਿਆਂ ਨੂੰ ਕੰਟੈਕਟ ਕਰਿਆ ਵੀ ਤੁਸੀਂ ਉਰੇ ਸ਼ੁਲਭ ਟੋਇਲਟ ਬਣਾਓ। 2 ਕੁ ਤਾਂ ਮੇਰੇ ਖਿਆਲ ਨਾਲ 3 ਕੇ ਸ਼ੁਲਭ ਟੋਇਲਟ ਦਾ ਅਸੀਂ ਬਣਾ ਦਿੱਤੇ, ਹੋਰ ਵੀ 2-3 ਟੇਕ ਓਵਰ ਕਰਾ ਰਹੇ ਹਾਂ। ਅੱਜ ਤੁਸੀਂ ਉਹ ਸ਼ੁਲਭ ਟੋਇਲਟ ਜਾ ਕੇ ਦੇਖੋ, ਮੇਨ ਬਾਜ਼ਾਰ ਦੇ ਵਿੱਚ ਹੈ ਸਾਡਾ ਇੱਕ, ਜਿੱਥੇ ਕਿ ਮਤਲਬ ਖੂਬਸੂਰਤ ਬੂਟੇ ਪਏ ਨੇ, ਖੁਸ਼ਬੂਆਂ ਆਉਂਦੀਆਂ, ਬੜਾ ਸਾਫ਼ ਸੁਥਰਾ, ਉਹ ਲੱਗਦਾ ਹੀ ਨਹੀਂ ਵੀ ਇਹ ਪਬਲਿਕ ਟੋਇਲਟ ਹੈ। ਸੋ ਉਹ ਕਰਿਆ ਜੀ। ਇਸ ਤੋਂ ਇਲਾਵਾ ਜੀ ਸਾਡੀ ਬਰਮਾ ਦੀ ਬੜੀ ਦਿੱਕਤ ਸੀ। ਮੇਰੀ ਇਹ ਸੋਚ ਸੀ ਵੀ ਬਾਹਰਲੇ ਦੇਸ਼ ਤੋਂ ਜੋ ਮੈਂ ਸਿੱਖ ਕੇ ਆਉਣਾ ਉਸ ਨੂੰ ਕਿਸ ਤਰੀਕੇ ਉਹ ਇੰਪਲੀਮੈਂਟ ਕਰਿਆ ਜਾ ਸਕੇ। ਸੋ ਇੱਕ ਛੋਟੀ ਜਿਹੀ ਮੈਂ ਸ਼ੁਰੂਆਤ ਕਰੀ ਸੀ ਕਿ ਬਾਹਰਲੇ ਦੇਸ਼ਾਂ 'ਚ ਅਸੀਂ ਇਹ ਦੇਖਦੇ ਹਾਂ ਵੀ ਘੱਟਾ ਕਿਉਂ ਨਹੀਂ ਉੱਡਦਾ, ਕਿਉਂਕਿ ਸੜਕਾਂ ਦੇ ਸਾਈਡ ਵਾਲੀ ਜਿਹੜੀ ਏਰੀਆ ਹੈਗਾ, ਬਰਮ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਪੱਕੀ ਹੁੰਦੀ ਹੈ ਜਾਂ ਉੱਤੇ ਘਾਹ ਲੱਗਿਆ ਹੁੰਦਾ। ਸੋ ਮੈਂ ਸਟਾਰਟਿੰਗ 'ਚ ਹੀ ਸਾਡੀ ਸਰਕਾਰ ਦੇ ਵਿੱਚ, ਹਾਲਾਂਕਿ ਬਹੁਤ ਦਿਲ 'ਤੇ ਝਟਕਾ ਸੀ ਜਦੋਂ ਹਾਰ ਮਿਲੀ, ਬਟ ਉਦੋਂ ਵੀ ਅਸੀਂ ਮੀਟਿੰਗਸ ਕਰਕੇ ਪਲਾਨ ਕਰਿਆ ਕਿ ਬਰਮਾ ਨੂੰ ਅਸੀਂ ਪੱਕੀਆਂ ਕਰੀਏ। ਅਤੇ ਅੱਜ ਸਾਡੇ ਬਹੁਤ ਸਾਰੇ ਪਿੰਡਾਂ 'ਚ ਤਾਂ ਹੋ ਚੁੱਕੀਆਂ, ਅਤੇ ਬਾਕੀ ਪਿੰਡਾਂ 'ਚ ਵੀ ਮਤਲਬ ਇਹ ਇੱਕ ਨੋਰਮਲ ਬਣ ਚੁੱਕਿਆ ਵੀ ਇਹ ਤਾਂ ਕਰਨੀ ਹੀ ਕਰਨੀ ਹੈ। ਹਰ ਬੰਦਾ ਇੰਟਰਲੋਕ ਟਾਈਲਸ ਜਿਹੜੀਆਂ ਸੜਕਾਂ ਦੇ ਨਾਲ ਲਾਉਂਦੇ ਆ। ਸੋ ਸ਼ਹਿਰ ਦੇ ਵਿੱਚ ਵੀ ਅਸੀਂ ਮੈਨੂੰ ਲੱਗਦਾ 4-5 ਥਾਵਾਂ 'ਤੇ ਇਹ ਵੱਡੀਆਂ ਰੋਡਸ ਬਣਾਈਆਂ, ਜਿਵੇਂ ਸਟੇਡੀਅਮ ਵਾਲੀ ਰੋਡ ਹੈਗੀ ਹੈ, ਖਾਈ ਵਾਲੀ ਰੋਡ ਹੈ, ਵਾਟਰ ਵਰਕਸ ਵਾਲੀ ਰੋਡ ਹੈ, ਆਰਾਮੇ ਵਾਲੀ ਖੂਹੀ ਤੋਂ ਜਿਹੜੀ ਰੋਡ ਆਉਂਦੀ ਹੈ, ਇਹਨਾਂ ਸਾਰੀਆਂ ਦੀ ਸਾਈਡਾਂ 'ਤੇ ਇੰਟਰਲੋਕਿੰਗ ਪਾ ਕੇ ਪਹਿਲੀ ਵਾਰ ਇਹ ਚੀਜ਼ ਬਣੀ ਹੈ ਵੀ ਸਾਈਡਾਂ 'ਤੇ ਵੀ ਇੰਟਰਲੋਕ ਲਾ ਕੇ ਪੱਕੀ ਕਰੀ ਗਈ ਹੋਵੇ ਤਾਂ ਕਿ ਘੱਟਾ ਰੁਕੇ। ਇਸ ਤੋਂ ਇਲਾਵਾ ਕੁਛ ਰੋਡ ਸਾਡੀਆਂ, ਜਿਵੇਂ ਬਾਈਪਾਸ ਵਾਲੀ ਮੈਂ ਦੱਸਿਆ ਹੈਗਾ, ਜਾਂ ਤਹਿਸੀਲ ਵਾਲੀ ਰੋਡ ਹੈ, ਉਹ ਲੁੱਕ ਵਾਲੀ ਰੋਡ ਸੀਗੀ, ਉਹਨਾਂ ਦਾ ਇੰਨਾ ਬੁਰਾ ਹਾਲ ਹੁੰਦਾ ਸੀ, ਉੱਥੇ ਪਾਣੀ ਭਰ ਜਾਂਦਾ ਸੀਗਾ। ਉਹਨਾਂ ਨੂੰ ਅਸੀਂ ਟੋਟਲੀ ਤੋੜ ਕੇ ਕੰਪਲੀਟਲੀ ਇੰਟਰਲੋਕ ਦੀਆਂ ਬਣਾਤੀਆਂ। ਪਾਰਕਸ ਬਣੇ ਨੇ ਜੀ ਸਾਡੇ ਇੱਥੇ, 2-3 ਵੱਡੇ ਪਾਰਕਸ ਬਣਾਏ। ਸੋ ਇਸ ਤਰ੍ਹਾਂ ਨਾਲ ਬਹੁਤ ਚੀਜ਼ਾਂ ਨੇ ਜਿਹੜੀਆਂ ਕਰਤੀਆਂ, ਪਰ ਮੈਂ ਹਲੇ ਵੀ ਇਹਨੂੰ ਕਹੂੰਗਾ ਵੀ ਇਹ ਤਾਂ 0% ਹੈ, ਠੀਕ ਹੈ ਜੀ। ਕਿਉਂਕਿ ਜੇ ਇੰਨੇ ਕੰਮ ਨਾਲ ਮੇਰੇ ਮਤਲਬ ਦੂਰੋਂ ਰਹਿ ਕੇ ਹੋ ਸਕਦਾ, ਤਾਂ ਜਦੋਂ ਮੈਂ ਖੁਦ ਬੈਠ ਕੇ ਕਮਾਂਡ ਸਾਂਭੂਗਾ ਤਾਂ ਇਹ ਤੋਂ ਮੱਚ ਬੈਟਰ ਜੇ ਕੰਮ ਕਰਕੇ ਦਿਖਾਊਂਗਾ, ਫਿਰ ਮੇਰੇ ਬੈਠੇ ਦਾ ਫਾਇਦਾ, ਨਹੀਂ ਤਾਂ ਫਾਇਦਾ ਹੀ ਕੋਈ ਨਹੀਂ। ਸਰ, ਨਹਿਰ ਵਾਲੇ ਪੁਲ ਤੇ ਵੀ ਬੜੀ ਸਿਆਸਤ ਕੀਤੀ ਜਾ ਰਹੀ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਨਹਿਰ ਵਾਲੇ ਪੁਲ ਦੀ ਜੀ ਤੁਸੀਂ ਬੜੀ ਇੰਟਰਸਟਿੰਗ ਕਹਾਣੀ ਦੱਸੀ ਹੈ। ਮੈਨੂੰ ਲੱਗਦਾ ਸਾਡੇ ਸ਼ਾਇਦ 9 ਨੰਬਰ ਵਾਰਡ 'ਚ ਆਉਂਦਾ, ਜਿੱਥੋਂ ਮੇਨ ਸ਼ਹਿਰ ਐਂਟਰ ਕਰਦੇ ਹਾਂ। ਇਹਦੀ ਬੜੀ ਇੰਟਰਸਟਿੰਗ ਕਹਾਣੀ ਹੈ ਜੀ। ਐਕਚੁਅਲੀ ਇਹ ਜਿਹੜੇ ਪੁਲ ਨੇ ਨਾ, ਇਹਨਾਂ ਦੀ 5-6 ਸਾਲਾਂ 'ਚ ਇੱਕ ਵਾਰੀ ਨਾ ਸਰਵੇ ਹੁੰਦੀ ਹੈ, ਜਿਹਦੇ ਵਿੱਚ ਇਹ ਡਿਸਾਈਡ ਹੁੰਦਾ ਵੀ ਅਗਲੇ 5-6 ਸਾਲ ਲਈ ਕੀ ਇਹ ਪੁਲ ਸੇਫ ਹੈ ਕਿ ਅਨਸੇਫ ਹੈ। ਅਤੇ ਉਹ ਲਾਸਟ ਸਰਵੇ ਜਿਹੜੀ ਹੈ ਅਕਾਲੀ ਦਲ ਸਰਕਾਰ 'ਚ ਹੋਈ ਸੀਗੀ। ਉਦੋਂ ਇਹਨਾਂ 'ਚੋਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ, ਖਾਸ ਤੌਰ 'ਤੇ ਜਿਹੜੇ ਇੱਥੇ ਦੇ ਵਰਕਰ ਨੇ, ਜਿਹੜੇ ਅੱਜ ਬੜੇ ਪੁਲ ਚਲਾ ਕੇ ਕਹਿ ਰਹੇ ਨੇ ਕਈ ਪਾਰਟੀਆਂ ਦੇ, ਕਿਸੇ ਨੇ ਗੱਲ ਨਹੀਂ ਕਰੀ ਉਦੋਂ। ਅਤੇ ਉਹ ਸਰਵੇ ਹੋਈ ਨਹੀਂ, ਅਤੇ ਉਹਦੇ ਵਿੱਚ ਕਾਗਜ਼ਾਂ ਦੇ ਵਿੱਚ, ਰਿਕਾਰਡਸ ਦੇ ਵਿੱਚ ਇਹੀ ਰਿਹਾ ਵੀ ਇਹ ਪੁਲ ਤਾਂ ਸੇਫ ਹੈ, ਕਿਸੇ ਨੇ ਧਿਆਨ ਨਹੀਂ ਦਿੱਤਾ। ਇਹ ਸਰਵੇ ਪਹਿਲਾਂ ਤਾਂ ਹੁੰਦੀ ਹੈ ਜੀ ਤਾਂ ਕਿ ਟਾਈਮ ਰਹਿੰਦੇ ਉਹ ਪੁਲ ਦੇ ਚੱਲਦੇ ਹੀ ਦੂਸਰਾ ਪੁਲ ਖੜਾ ਕਰਿਆ ਜਾ ਸਕੇ, ਤਾਂ ਕਿ ਲੋਕਾਂ ਦੀ ਆਵਾਜਾਈ ਦੀ ਕੋਈ ਦਿੱਕਤ ਨਾ ਹੋਵੇ। ਪਰ ਜਦੋਂ ਇਹਦੀ ਸਰਵੇ ਨਹੀਂ ਹੋਈ ਅਤੇ ਉਹ ਪੁਲ ਅਨਸੇਫ ਸੀਗਾ। 4-5 ਸਾਲ ਤਾਂ ਉਹਨੇ ਚੱਲਿਆ ਵਿਚਾਰੇ ਨੇ, ਉਸ ਤੋਂ ਬਾਅਦ ਉਹ ਟੁੱਟ ਗਿਆ। ਸੋ ਇੱਕ ਦਿਨ ਅਚਾਨਕ ਪੁਲ ਟੁੱਟਿਆ, ਮੈਨੂੰ ਪਤਾ ਲੱਗਿਆ ਅਤੇ ਮੈਂ ਫਟਾਫਟ ਆਫਿਸਰਸ ਨਾਲ ਗੱਲ ਕਰੀ, ਮਹਿਕਮੇ ਨਾਲ ਗੱਲ ਕਰੀ। ਉਹ ਕਹਿੰਦੇ ਜੀ 2-3 ਮਹੀਨੇ ਤਾਂ ਇਹਦੇ ਪਲੈਨਿੰਗ ਚੀਜ਼ਾਂ 'ਤੇ ਲੱਗ ਜਾਣਗੇ, ਟੈਂਡਰਿੰਗ ਹੋਣੀ ਹੈ, ਫਿਰ ਕੰਸਟਰਕਸ਼ਨ ਹੋਣੀ ਹੈ, ਵੀ ਘੱਟੋ ਘੱਟ ਸਾਲ ਦਾ ਕੰਮ ਹੈ। ਆਈ ਵਾਜ਼ ਸ਼ੌਕਡ। ਮੈਂ ਕਿਹਾ ਯਾਰ ਇਹ ਸਾਲ ਨਾਲ ਤਾਂ ਸਾਰਾ ਹੀ ਸਾਡਾ ਸ਼ਹਿਰ ਹੀ ਡਿਸਕਨੈਕਟ ਹੋ ਗਿਆ ਮੇਨ ਰੋਡ ਨਾਲ, ਅਤੇ ਇਹ ਤਾਂ ਮਾਰੇ ਜਾਵਾਂਗੇ, ਬਹੁਤ ਬੁਰਾ ਹਾਲ ਹੋ ਜਾਊਗਾ। ਉਹ ਕਹਿੰਦੇ ਜੀ ਫਿਰ ਅਸੀਂ ਕੀ ਕਰੀਏ, ਪਿਛਲੀ ਸਰਵੇ 'ਚ ਤੁਹਾਡੇ ਇਲਾਕੇ ਦੇ ਲੋਕਾਂ ਨੇ ਕੋਈ ਗੱਲ ਹੀ ਨਹੀਂ ਕਰੀ, ਅਤੇ ਉਦੋਂ ਸਾਰੇ ਪੁਲ ਦੀ ਸਰਵੇ ਹੋਈ ਹੈ। ਮੈਂ ਕਿਹਾ ਯਾਰ ਉਦੋਂ ਤਾਂ ਸਾਡੀ ਸਰਕਾਰ ਨਹੀਂ ਸੀਗੀ, ਮੈਂ ਕੀ ਕਰ ਸਕਦਾ, ਬਟ ਹੁਣ ਕੋਈ ਹੱਲ ਕੱਢੋ। ਤਾਂ ਐਨੀਵੇਜ਼ ਬੀਬੀ ਜੀ ਨੇ CM ਸਾਹਿਬ ਨਾਲ ਗੱਲ ਕਰੀ, ਮੰਤਰੀ ਜੀ ਨਾਲ ਗੱਲ ਕਰੀ, ਐਂਡ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਫਟਾਫਟ ਰਾਤੋਂ ਰਾਤ ਬਾਏ ਹੈਂਡ ਅਪਰੂਵਲਸ ਦੇ ਕੇ, ਮਤਲਬ ਵਿਦਿਨ ਡੇਜ਼ ਦੇ ਵਿੱਚ ਉਹ ਪੁਲ ਦੀ ਅਪਰੂਵਲ ਹੋ ਕੇ ਕੰਮ ਸ਼ੁਰੂ ਹੋ ਗਿਆ। ਸਾਨੂੰ ਪਤਾ ਜੀ ਕਿਵੇਂ ਦਿਨ ਰਾਤ ਮਿਹਨਤ ਕਰਕੇ ਉਹ ਸਟਾਰਟ ਕਰਾਇਆ। ਉਦੋਂ ਬਾਅਦ ਬੜੀ ਫਾਸਟ ਸਪੀਡ 'ਤੇ ਉਹਨੂੰ ਸ਼ੁਰੂ ਕਰਿਆ, ਕਿਉਂਕਿ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਸੀ, ਬੜੀ ਦੂਰੋਂ ਗੇੜ ਮਾਰ ਕੇ ਜਾਣਾ ਪੈਂਦਾ ਸੀਗਾ। ਅਤੇ ਅਸੀਂ ਹਾਲਾਂਕਿ ਆਰਜੀਜਾ ਵੀ ਇੱਕ ਪੁਲ ਬਣਾਇਆ ਸੀਗਾ, ਸਾਡੇ ਸਾਰੇ ਮੁੰਡੇ ਉਰੇ ਮੇਰੇ ਨਾਲ ਦੇ ਉਹ ਮੂਹਰੇ ਲੱਗੇ, ਅਤੇ ਕੁਛ ਸ਼ਹਿਰ ਦੇ ਲੋਕ ਵੀ ਨਾਲ ਲੱਗੇ, ਅਤੇ ਉਹ ਪੁਲ ਬਣਵਾ ਕੇ ਅਸੀਂ ਸਾਰੀ ਪ੍ਰਸ਼ਾਸਨ ਦੀ ਹੈਲਪ ਨਾਲ ਹੋਰ ਚੀਜ਼ ਨਾਲ ਪੁਲ ਬਣਾ ਲਿਆ। ਹਾਲਾਂਕਿ ਬਾਅਦ 'ਚੋਂ ਕਈ ਲੋਕਾਂ ਨੇ ਤਾਂ ਉਹਦਾ ਵੀ ਕ੍ਰੈਡਿਟ ਲਿੱਤਾ, ਜਿਵੇਂ ਕੋਈ ਵਿੱਚ ਇੱਕ ਆ ਕੇ ਕਹੀ ਮਾਰ ਦਿੰਦਾ ਨਾ, ਉਹ ਵੀ ਕਿਹਾ ਪੁਲ ਮੈਂ ਬਣਾਇਆ ਜੀ, ਠੀਕ ਹੈ ਨਾ। ਸੋ ਐਨੀਵੇਜ਼ ਮੈਂ ਕ੍ਰੈਡਿਟ ਦੀ ਗੇਮਾਂ 'ਚ ਪੈਂਦਾ ਨਹੀਂ ਹੁੰਦਾ। ਸੋ ਆਰਜੀ ਪੁਲ ਬਣਾਇਆ, ਔਰ ਉਹਨਾਂ ਥੋੜ੍ਹੀ ਬਹੁਤੀ 2 ਵੀਲਰ ਦੀ ਤਾਂ ਈਜ਼ੀਨੈਸ ਹੋਈ, ਬਟ ਔਖ ਬੜੀ ਸੀਗੀ। ਸੋ ਸਾਨੂੰ ਇਹ ਸੀ ਵੀ ਜਿੰਨੀ ਜਲਦੀ ਹੁੰਦਾ ਉਹ ਪੁਲ ਸਟਾਰਟ ਕੀਤਾ ਜਾਵੇ। ਅਤੇ ਉਸ ਤੋਂ ਬਾਅਦ ਜੀ ਇਸ ਪੁਲ 'ਤੇ ਰਾਜਨੀਤੀ ਹੋਣ ਲੱਗ ਗਈ। ਜਦੋਂ ਦੇਖਿਆ ਵੀ ਪੁਲ ਸੁੱਕ ਰਿਹਾ ਹੈ, ਤਾਂ ਲੋਕਾਂ ਨੂੰ, ਕਈਆਂ ਨੂੰ ਨਾ ਇਹੀ ਕ੍ਰੈਡਿਟ ਦੀ ਭੁੱਖ ਹੁੰਦੀ। ਸਾਨੂੰ ਹਾਲਾਂਕਿ ਕੋਈ ਕ੍ਰੈਡਿਟ ਦੀ ਭੁੱਖ ਨਹੀਂ, ਵੀ ਉਹਦੀ ਅਸੀਂ ਹੁਣ ਤੱਕ ਉਦਘਾਟਨ ਤੱਕ ਨਹੀਂ ਕਰਿਆ ਪੁਲ ਦਾ, ਠੀਕ ਹੈ ਨਾ ਹੀ ਕਰਨਾ ਹੈ, ਵੀ ਸਾਨੂੰ ਅਸੀਂ ਵੀ ਫਟਾਫਟ ਚਾਲੂ ਕਰੋ ਯਾਰ, ਸਟਾਰਟ ਕਰੋ।
ਬਟ ਉਰੇ ਰਾਜਨੀਤੀ ਲੋਕ ਉਂਗਲਾਂ ਲਾਉਣ ਲੱਗ ਗਏ ਜੀ, ਇਹ ਤਾਂ ਜੀ ਉਦਘਾਟਨ ਕਰਕੇ ਲੇਟ ਹੋ ਰਿਹਾ ਜੀ, ਇਹ ਤਾਂ ਜੀ ਇਹ ਹੋ ਰਿਹਾ ਜੀ, ਇਹ ਤਾਂ ਜੀ ਉਹ ਹੋ ਰਿਹਾ ਜੀ। ਪਹਿਲਾਂ ਇੱਕ ਤੋਂ ਜਥੇਬੰਦੀਆਂ ਨੂੰ ਇਹਨਾਂ ਨੇ ਗਲਤ ਗਾਈਡ ਕਰਿਆ, ਜਦੋਂ ਉਹਨਾਂ ਨੇ ਐਕਚੁਅਲ ਜਾ ਕੇ ਦੇਖਿਆ ਤਾਂ ਉਹ ਵੀ ਸਮਝੇ ਵੀ ਹਾਂ ਯਾਰ ਅਸਲ ਹਲੇ ਤਾਂ ਕੱਚਾ ਪਿਆ, ਆਪਾਂ ਕੱਚੇ ਪੁਲ ਨੂੰ ਖੋਲ੍ਹ ਦਾਂਗੇ ਕੱਲ੍ਹ ਨੂੰ ਟੁੱਟ ਜਾਊਗਾ, ਕਿਸੇ ਦੀ ਜਾਨ ਮਾਲ ਦਾ ਨੁਕਸਾਨ ਹੋ ਸਕਦਾ। ਫਿਰ ਉੱਥੇ ਨਾ ਗੱਲ ਚੱਲੀ ਜੀ, ਚਲੋ ਪੈਂਦਾ ਰਿਹਾ। ਜਦੋਂ ਉਹ ਪੁਲ ਖੁੱਲ੍ਹਣ ਲੱਗਿਆ, ਠੀਕ ਹੈ ਜੀ, ਉਦੋਂ ਉਹ ਦੇਖ ਕੇ ਕਈ ਲੋਕਾਂ ਨੇ ਵੀ ਯਾਰ ਇਹ ਤਾਂ ਕ੍ਰੈਡਿਟ ਦਾ ਰੌਲਾ ਆਪਣੇ ਪਲ 'ਚ ਨਹੀਂ ਆਉਣਾ, ਉਂਗਲਾਂ ਲਾ ਕੇ ਲੋਕਾਂ ਨੂੰ ਜਦੋਂ ਢੂਲੇ ਖੁੱਲ੍ਹ ਰਹੇ ਸੀ ਪਹਿਲਾਂ ਹੀ ਉੱਥੋਂ ਪੱਥਰ ਪੁੱਥਰ ਜਿਹੇ ਹਟਾਤੇ ਵੀ ਜੀ ਆਵਾਜਾਈ ਸ਼ੁਰੂ ਕਰ ਦਿਓ ਜੀ, ਇਹ ਕਰ ਦਿਓ ਉਹ ਕਰ ਦਿਓ। ਅਤੇ ਉਹ ਐਡੀ ਬੇਵਕੂਫੀ ਸੀ, ਕਿਉਂਕਿ ਇੱਕ ਅੱਧੇ ਬੰਦੇ ਨੇ ਤਾਂ ਆਪਦਾ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਸੀ, ਉਹਨੇ ਉਦੋਂ ਬਾਅਦ MC ਇਲੈਕਸ਼ਨਾਂ ਲੜਨੀਆਂ ਸੀਗੀਆਂ, ਪਰ ਉਹਨੇ ਆਪਦੀ ਉਸ ਲਾਲਚ ਦੇ ਵਿੱਚ ਕਈ ਮਾਸੂਮ ਲੋਕ ਫਸਾ ਦੇਣੇ ਸੀ। ਕਿਉਂਕਿ ਇਹਦਾ ਸਿਸਟਮ ਹੁੰਦਾ ਜੀ, ਜਦੋਂ ਪੁਲ ਦੇ ਉਹ ਢੂਲੇ ਖੁੱਲ੍ਹਦੇ ਆ ਨਾ, ਉਦੋਂ ਬਾਅਦ ਫਿਰ ਉਹਦੀ ਚੈਕਿੰਗ ਹੁੰਦੀ ਹੈ ਵੀ ਉਹਦੇ 'ਚ ਕੋਈ ਤਰੇੜ ਤਾਂ ਨਹੀਂ, ਪੁਲ ਸੁੱਕ ਗਿਆ ਪ੍ਰੋਪਰ। ਜਦੋਂ ਉਹ ਸਾਰਾ ਐਨ ਸੇਫ ਕਰਾਰ ਕਰਿਆ ਜਾਂਦਾ ਹੈ, ਫਿਰ ਉਹਦੇ 'ਤੇ ਆਵਾਜਾਈ ਸ਼ੁਰੂ ਹੁੰਦੀ ਹੈ, ਠੀਕ ਹੈ। ਇਹਨਾਂ ਬੰਦਿਆਂ ਨੇ ਕ੍ਰੈਡਿਟ ਲੈਣ ਦੇ ਚੱਕਰ 'ਚ ਹਲੇ ਢੂਲੇ ਪੂਰੇ ਖੁੱਲ੍ਹੇ ਵੀ ਨਹੀਂ, ਜਿਨ੍ਹਾਂ ਨੇ ਦੇਖ ਲਿਆ ਖੁੱਲ੍ਹਣੇ ਅੱਜ ਤਾਂ ਪਹਿਲਾਂ ਹੀ ਉੱਥੇ ਉਹ ਪੱਥਰ ਪਰਾਂ ਕਰਤੇ, ਹਾਲਾਂਕਿ ਕਈਆਂ ਨੇ ਕਿਹਾ ਵੀ ਨਾ ਕਰੋ। ਅਤੇ ਉਹਦੇ ਵਿੱਚ ਪ੍ਰਸ਼ਾਸਨ ਵਾਲੇ ਗਰਮ ਹੋਏ ਫਿਰਨ। ਪ੍ਰਸ਼ਾਸਨ ਵਾਲੇ ਜਿਹੜੇ ਉਸ ਮਹਿਕਮੇ ਵਾਲੇ ਸੀਗੇ, ਉਹ ਕਹਿੰਦੇ ਜੀ ਜੇ ਕਿਤੇ ਪੁਲ 'ਚ ਰੱਬ ਦੀ ਮਿਹਰ ਹੈ ਵੀ ਬਚ ਗਏ ਆਪਾਂ, ਪੁਲ ਠੀਕ ਨਿਕਲਿਆ, ਬਟ ਜੇ ਕਿਤੇ ਮਾੜੀ ਮੋਟੀ ਤਰੇੜ ਨਿਕਲ ਜਾਂਦੀ, ਜੇ ਗਿੱਲਾ ਨਿਕਲ ਜਾਂਦਾ, ਅਸੀਂ ਤਾਂ ਮਾਰੀ ਜਾਣਾ ਸੀ, ਨਾਲ ਕਿਸੇ ਗਰੀਬ ਦੀ ਡੈਥ ਹੋ ਸਕਦੀ ਸੀ, ਕਰੋੜਾਂ ਦਾ ਨੁਕਸਾਨ ਹੋ ਸਕਦਾ ਸੀਗਾ, ਵੀ ਅਸੀਂ ਤਾਂ ਪਰਚੇ ਕਰਾਵਾਂਗੇ ਜਿਹੜੇ ਲੋਕਾਂ ਨੇ ਕਰੇ ਹੈ। ਉਹਨਾਂ ਨੂੰ ਮੈਨੂੰ ਪਤਾ ਮੈਂ ਕਿਵੇਂ ਜਾ ਕੇ ਉਹਨਾਂ ਨੂੰ ਰੋਕਿਆ, ਮੈਂ ਕਿਹਾ ਯਾਰ ਇਹ ਕਿਸੇ ਬੰਦੇ ਨੇ ਆਪਦੀ ਰਾਜਨੀਤਿਕ ਲਾਹਾ ਲੈਣ ਲਈ ਕਰ ਲਿਆ, ਆਮ ਲੋਕਾਂ ਦੀ ਤਾਂ ਗੱਲ ਹੀ ਨਹੀਂ ਹੈ, ਠੀਕ ਹੈ ਨਾ, ਵੀ ਛੱਡੋ ਉਸ ਨੂੰ ਆਪਾਂ ਖਤਮ ਕਰੋ। ਸੋ ਇਹ ਰਾਜਨੀਤੀ ਇਸ ਤਰ੍ਹਾਂ ਨਾਲ ਹੁੰਦੀ ਹੈ ਵੀ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਹੁੰਦੀ ਹੈ। ਸਾਡਾ ਕੰਮ ਹੈ ਯਾਰ ਪੁਲ ਲਿਆਉਣਾ, ਠੀਕ ਹੈ ਨਾ, ਪੁਲ ਬਣਵਾਉਣਾ, ਉਹ ਬਣਵਾਤਾ, ਸਾਰੀ ਦੁਨੀਆ ਨੂੰ ਪਤਾ ਕਿਹਨੇ ਲਿਆ ਕੇ ਬਣਵਾਇਆ। ਸੋ ਉਹ ਤਾਂ ਇੱਕ ਫੀਤਾ ਕੱਟਣ ਨਾਲ ਤਾਂ ਕੋਈ, ਜਿਵੇਂ ਕਹਿੰਦੇ ਨਾ, ਜੇ ਕਿਸੇ ਨੂੰ ਖੜਾ ਨਹੀਂ ਦਿਖਦਾ, ਬੈਠਾ ਨਹੀਂ ਦਿਖਦਾ, ਖੜਾ ਕੀ ਜ਼ਿਆਦਾ ਦਿਖੂਗਾ। ਸੋ ਜਦੋਂ ਦਿਖਦਾ ਐਡਾ ਵੱਡਾ ਪੁਲ ਨਹੀਂ ਕਿਸੇ ਨੂੰ ਦਿਖਦਾ, ਫੀਤਾ ਦਿਖੂਗਾ। ਸੋ ਉਹ ਐਵੇਂ ਫਾਲਤੂ ਗੱਲਾਂ ਵੀ ਜੀ ਉਦਘਾਟਨ ਕਰਕੇ ਡਿਲੇ ਹੈ, ਇਹ ਹੈ ਉਹ ਹੈ, ਹਾਲਾਂਕਿ ਉਦਘਾਟਨ ਨੂੰ ਤਾਂ ਮੈਂ ਇੱਥੇ ਬੈਠਾ, ਠੀਕ ਹੈ ਨਾ, ਪਰ ਸਾਨੂੰ ਲਾਲਚ ਹੀ ਨਹੀਂ ਇਹਨਾਂ ਚੀਜ਼ਾਂ ਦਾ। ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਉਦਘਾਟਨ ਕਰੀ ਹੀ ਨਹੀਂ, ਵੈਸੇ ਹੀ ਸ਼ੁਰੂ ਹੋ ਗਈਆਂ ਨੇ। ਸਰ ਇੱਕ ਅਹਿਮ ਸਵਾਲ ਮੇਰੇ ਦਿਮਾਗ 'ਚ ਆ ਰਿਹਾ ਹੈ ਕਿ ਰਾਹੁਲ ਸਿੱਧੂ ਜੀ ਤੇ ਭੱਠਲ ਪਰਿਵਾਰ MC ਚੋਣਾਂ ਤੱਕ ਹੀ ਲਹਿਰੇ ਰਹਿਣਗੇ? ਨਹੀਂ ਜੀ, ਇਹ ਜਿਹੜਾ ਲਹਿਰੇ ਰਹਿਣ ਦਾ ਸਾਡਾ ਫੈਸਲਾ ਹੋਇਆ ਹੈ, ਇਹ ਪਰਮਾਨੈਂਟਲੀ ਸ਼ਿਫਟਿੰਗ ਹੈ। ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਪਹਿਲਾਂ ਮੇਰੀ ਦਿੱਕਤ ਸੀ ਕਿ ਬਿਜ਼ਨਸ ਕਰਕੇ, ਹੁਣ ਉਹ ਦਿੱਕਤ ਖਤਮ ਹੋ ਗਈ ਹੈ। ਅਦਰਵਾਈਜ਼ ਮੈਂ ਵੈਸੇ ਇੰਡੀਵਿਜੂਅਲੀ ਪਿੰਡ ਰਹਿਣਾ ਜ਼ਿਆਦਾ ਪਸੰਦ ਕਰਦਾ, ਮੈਂ ਖੇਤ ਅਤੇ ਧਰਤੀ ਨਾਲ ਜੁੜ ਕੇ ਰਹਿਣਾ ਜ਼ਿਆਦਾ ਪਸੰਦ ਕਰਦਾ। ਈਵਨ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ, ਮੈਂ 10ਵੀਂ ਦੇ ਵਿੱਚ 2 ਸਾਲ ਖੁਦ ਖੇਤੀ ਕਰੀ ਹੈ। 10th ਤੋਂ ਲੈ ਕੇ 12th ਤੱਕ 2 ਸਾਲ ਮੈਂ ਆਪਦੇ ਹੱਥੀਂ, ਇੱਕ ਬੰਜਰ ਜ਼ਮੀਨ ਸੀ ਉਹ ਲੇਕ ਦੇ ਪਿੱਛੇ ਚੰਡੀਗੜ੍ਹ, ਉੱਥੇ ਮੈਂ ਖੁਦ ਖੇਤੀ ਕਰਕੇ ਬੰਜਰ ਜ਼ਮੀਨ ਨੂੰ ਉਪਜਾਊ ਜ਼ਮੀਨ ਬਣਾਇਆ। ਖੁਦ ਕਹੀ ਨਾਲ ਮੈਂ ਗੋਡੀ ਕਰਦਾ ਸੀ, ਖੁਦ ਮੈਂ ਸਾਰਾ ਕਰਿਆ, ਉੱਥੇ ਫੁੱਲ ਵੀ ਲਾਏ, ਸਬਜ਼ੀਆਂ ਵੀ ਲਾਈਆਂ। ਸੋ ਮੈਂ ਬੜਾ, ਮੈਨੂੰ ਸ਼ੌਂਕ ਹੈ ਇਹਨਾਂ ਚੀਜ਼ਾਂ ਦਾ। ਇੱਥੇ ਵੀ ਮੈਂ ਫੁੱਲ ਲਾਏ ਸੀ ਸਾਡੇ ਲਹਿਰੇ ਵੀ, ਬਟ ਉਦੋਂ ਦੂਰ ਰਹਿਣ ਕਰਕੇ ਥੋੜ੍ਹੀ ਦਿੱਕਤ ਸੀ। ਦੂਜੀ ਗੱਲ, ਮੰਡੀ ਕਰਨ ਦੀ ਬੜੀ ਦਿੱਕਤ ਆਉਂਦੀ ਹੈ ਉਰੇ ਫੁੱਲਾਂ ਦੀ। ਸੋ ਹੁਣ ਵੀ ਮੈਂ ਉਰੇ ਜੀ ਕੋਈ ਨਾ ਕੋਈ ਪ੍ਰੋਜੈਕਟ ਦੇਖ ਰਿਹਾ ਵੀ ਜਿੰਨੀ ਮੇਰੀ ਖੇਤੀ ਦੀ ਜ਼ਮੀਨ ਹੈ, ਮੈਂ ਅਸਲ ਠੇਕੇ 'ਤੇ ਨਹੀਂ ਚਾੜ੍ਹੀ ਹੈ, ਮੈਂ ਕਿਹਾ ਯਾਰ ਆਪ ਹੀ ਕਰਾਂਗੇ ਕੁਛ ਨਾ ਕੁਛ। ਸੋ ਹੁਣ ਤਾਂ ਪੱਕੇ ਡੇਰੇ ਲੱਗ ਗਏ ਨੇ। ਇੱਕ ਹੋਰ ਸਵਾਲ ਹੈ ਜਿਹੜਾ ਇਸ ਵੇਲੇ ਲਹਿਰੇ ਦੇ ਬੱਚੇ ਦੇ ਮੂੰਹ ਤੇ ਹੈ ਕਿ ਜਿਹੜਾ ਮੰਚ ਹੈ, ਮੰਚ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਵੱਲੋਂ ਤੁਹਾਡਾ ਸਾਥ ਕਿਉਂ ਛੱਡਿਆ? ਦੇਖੋ ਜੀ, ਇਹ ਜਿਹੜਾ ਮੰਚ ਹੈ, ਇਹ ਲਹਿਰਾ ਵਿਕਾਸ ਮੰਚ ਨਹੀਂ, ਇਹ ਤਾਂ ਪਰਿਵਾਰ ਵਿਕਾਸ ਮੰਚ ਹੋਣਾ ਚਾਹੀਦਾ ਹੈ। ਕਿਉਂਕਿ ਜਿਨ੍ਹਾਂ ਨੇ ਇਹ ਮੰਚ ਬਣਾਇਆ ਹੈ, ਉਹਨਾਂ ਦਾ ਮੁੱਦਾ ਹੀ ਮੈਂ। ਉਹ ਇੰਨੀਆਂ ਪਾਰਟੀਆਂ 'ਚ ਰਹਿ ਲਏ, ਹਰ ਪਾਰਟੀ ਨੇ ਉਹਨਾਂ ਨਾਲੋਂ ਕਿਨਾਰਾ ਕਰ ਲਿਆ, ਉਹ ਹਰ ਪਾਰਟੀ ਨੇ ਉਹਨਾਂ ਨੂੰ ਰਿਜੈਕਟ ਕਰਿਆ ਇਸੇ ਗੱਲ ਕਰਕੇ। ਕਿਉਂਕਿ ਉਹ ਜਦੋਂ ਵੀ ਜਾਂਦੇ ਆ ਉਹ ਇਹੀ ਗੱਲ ਕਰਦੇ ਆ ਵੀ ਮੈਨੂੰ ਕੀ, ਮੇਰਾ ਕੀ। ਉਹਨਾਂ ਦੀ ਇਹ ਧਮਕੀ ਹੁੰਦੀ ਹੈ ਵੀ ਲਹਿਰਾ ਮੇਰੀ ਜੇਬ 'ਚ ਪਾਇਆ ਵਾ, ਜਿੱਧਰ ਚਾਹਾਂ ਮੈਂ ਲਹਿਰੇ ਨੂੰ ਉੱਧਰ ਮੋੜ ਸਕਦਾ, ਇਹ ਤਾਂ ਮੇਰੀ ਜਾਗੀਰ ਹੈ, ਮੈਂ ਰਾਤੋਂ ਰਾਤ ਇੱਧਰ ਪਲਟਦਾ, ਰਾਤੋਂ ਰਾਤ ਇੱਧਰ ਪਲਟਦਾ। ਸੋ ਉਹੀ ਗਲਤਫਹਿਮੀ ਜਿਹੜੀ ਸਾਨੂੰ ਵੀ ਸੀ ਜਦੋਂ ਸਾਡੀ ਵੀ ਪਾਰਟੀ 'ਚ ਆਏ, ਪਰ ਉਹਨਾਂ ਨੇ ਤਾਂ ਆ ਕੇ ਮੁੜ ਕੇ ਲਹਿਰੇ ਦੀ ਕੋਈ ਗੱਲ ਹੀ ਨਹੀਂ ਕਰੀ, ਠੀਕ ਹੈ ਜੀ। ਅੱਛਾ, ਜਿਹੜੀ ਵੋਟ ਦੀ ਗੱਲ ਕਰੀਏ, ਉਹ ਜਦੋਂ ਸਾਡੇ ਨਾਲ ਨਹੀਂ ਸੀ ਉਦੋਂ ਸਾਨੂੰ ਸ਼ਹਿਰ 'ਚੋਂ ਬਲਕਿ ਵੱਧ ਵੋਟਾਂ ਪੈਣੇ, ਜਦੋਂ ਜੁਆਇਨ ਕਰਕੇ ਉਹ ਜਿੰਨੀਆਂ ਪੈਂਦੀਆਂ ਸੀ ਉਹ ਵੀ ਘਟ ਗਈਆਂ, ਠੀਕ ਹੈ ਨਾ। ਸੋ ਉਹ ਜਿੰਨੀ ਵਾਰੀ ਵੀ, ਮਤਲਬ ਮੈਂ ਕਹਿੰਦਾ ਮੈਨੂੰ ਚਾੜ ਲਓ ਕਿਤੇ ਗੁਰਦੁਆਰਾ ਸਾਹਿਬ ਮੰਦਿਰ, ਜਾਂ ਉਹਨਾਂ ਨੂੰ ਚਾੜ ਲਓ, ਜਿੰਨੀ ਵਾਰੀ ਉਹ ਮਿਲੇ ਹੈ ਉਹਨਾਂ ਨੇ ਸਿਰਫ ਇੱਕੋ ਗੱਲ, ਮੇਰਾ ਕੀ ਬਣ ਰਿਹਾ, ਮੇਰਾ ਕੀ ਬਣ ਰਿਹਾ, ਮੈਨੂੰ ਕੀ ਦੇ ਰਹੇ ਹੋ। ਕਦੇ ਉਹਨਾਂ ਨੇ ਨਾ ਵਿਕਾਸ ਦੀ ਗੱਲ, ਨਾ ਲਹਿਰੇ ਦੀ ਗੱਲ ਨਹੀਂ ਕਰੀ। ਹੁਣ ਵੀ ਇਹੀ ਰੌਲਾ ਸੀ ਜਦੋਂ MC ਚੋਣਾਂ ਦੇ ਵਿੱਚ ਵੀ ਮੇਰਾ ਵਜੂਦ ਖਤਮ ਹੋ ਜਾਊਗਾ, ਇਹ ਰਾਹੁਲ ਤਾਂ ਆਪ ਆ ਕੇ ਉਰੇ ਕੰਮ ਕਰ ਰਿਹਾ, ਸਿੱਧਾ ਲੋਕਾਂ ਨਾਲ ਜਾਣ ਪਛਾਣ ਰੱਖ ਰਿਹਾ ਹੈ, ਸਿੱਧਾ ਕੰਮ ਕਰ ਰਿਹਾ ਹੈ, ਤਾਂ ਮੈਨੂੰ ਕਿਹਨੇ ਪੁੱਛਣਾ ਹੈ, ਮੇਰੀ ਵੈਲਿਊ ਨਹੀਂ ਪੈਣੀ।
ਤਾਂ ਇਹ ਸਿਰਫ ਜਿਹੜਾ ਮੰਚ ਬਣਾਇਆ ਗਿਆ ਇਹ ਆਪਦਾ ਭਾਰ ਵਧਾਉਣ ਲਈ ਮੰਚ ਬਣਾਇਆ ਗਿਆ ਵੀ 2-4 ਸੀਟਾਂ ਤੇ ਅਸੀਂ ਆਪਦੇ ਬੰਦੇ ਖੜੇ ਕਰ ਦਈਏ, ਸਾਨੂੰ ਵੋਟਾਂ 4 ਪੈ ਜਾਣਗੀਆਂ ਤਾਂ ਉਹਨਾਂ ਦਾ ਕੱਲ ਨੂੰ ਅਸੀਂ ਸੌਦਾ ਕਰ ਸਕਾਂਗੇ। ਲੋਕਾਂ ਦੇ ਵਿਕਾਸ ਦਾ ਕੋਈ ਮੁੱਦਾ ਨਹੀਂ ਹੈ, ਠੀਕ ਹੈ ਨਾ। ਉਹਨਾਂ ਨੇ ਛੱਡਿਆ। ਅੱਛਾ, ਇੱਕ ਕਈ ਵਾਰੀ ਇਹੋ ਜਿਹੀ ਹਾਸੋਹੀਣੀਆਂ ਗੱਲਾਂ ਕਰਦੇ ਆ। ਕਹਿੰਦੇ ਜੀ, ਇੱਕ ਇੰਟਰਵਿਊ ਮੈਂ ਸੁਣ ਰਿਹਾ ਸੀ ਕਿਸੇ ਟੀਵੀ ਤੇ, ਕਹਿੰਦੇ ਜੀ ਮੈਂ ਇਹ ਬੀਬੀ ਭੱਠਲ ਨੂੰ ਕਿਹਾ ਸੀ ਵੀ ਤੁਸੀਂ ਆਪਦਾ ਪ੍ਰਧਾਨ ਵੋਟਾਂ ਤੋਂ ਪਹਿਲਾਂ ਐਲਾਨ ਕਰੋ, ਤੇ ਇਹ ਉਹਨਾਂ ਨੇ ਐਲਾਨ ਨਹੀਂ ਕਰਿਆ, ਇਸ ਲਈ ਮੈਂ ਆਪਦਾ ਮੰਚ ਬਣਾ ਲਿਆ। ਤੇ ਮੈਂ ਕਈ ਵਾਰੀ ਪੁੱਛਦਾ ਹੁੰਦਾ, ਮੈਂ ਕਿਹਾ ਜੀ ਪ੍ਰਧਾਨ ਤਾਂ ਫਿਰ ਤੁਸੀਂ ਆਪਦਾ ਵੀ ਨਹੀਂ ਅਨਾਊਂਸ ਕਰਿਆ, ਜਿਹੜੀ ਚੀਜ਼ ਕਰਕੇ ਤੁਸੀਂ ਸਾਨੂੰ ਛੱਡਿਆ ਉਹ ਚੀਜ਼ ਤੁਸੀਂ ਆਪ ਨਹੀਂ ਕਰੀ। ਫਿਰ ਉਹ ਕਹਿ ਦਿੰਦੇ ਜੀ ਚੰਡੀਗੜ੍ਹ ਤੋਂ ਪ੍ਰਧਾਨ ਬਣਦੇ ਸੀ, ਕਿਸੇ ਤਾਂ ਤੁਸੀਂ ਇਹ ਗੱਲ ਕਹਿੰਦੇ ਹੋ, ਕਿਤੇ ਜਦੋਂ ਅਸੀਂ ਕਹਿ ਰਹੇ ਹਾਂ ਵੀ ਯਾਰ ਆਪਾਂ ਪ੍ਰਧਾਨ ਨਾ ਬਣਾਈਏ, ਜਦੋਂ MC ਚੁਣੇ ਜਾਣਗੇ ਉਹ ਪ੍ਰਧਾਨ ਬਣਾਓ, ਉਸ ਗੱਲ ਤੇ ਤੁਸੀਂ ਛੱਡ ਕੇ ਜਾ ਰਹੇ ਹੋ। ਤਾਂ ਤੁਹਾਡਾ ਸਟੈਂਡ ਹੀ ਕੋਈ ਨਹੀਂ, ਕਦੇ ਕੁਛ ਕਦੇ ਕੁਛ। ਕਿਤੇ ਨਾ ਕਿਤੇ ਮਨ ਦੇ ਵਿੱਚ ਉਹਨਾਂ ਦੇ ਖੋਟ ਨਹੀਂ ਨਜ਼ਰ ਆ ਰਹੀ? ਦੇਖੋ ਜੀ, ਮੈਨੂੰ ਛੱਡੋ, ਪੂਰੇ ਲੋਕਾਂ ਨੂੰ ਨਜ਼ਰ ਆ ਰਹੀ ਹੈ ਤਾਂ ਅੱਜ ਸਾਫ਼ ਹੋ ਗਿਆ। ਕਿਉਂਕਿ ਅਗਰ ਲਹਿਰੇ ਦੇ ਵਿਕਾਸ ਦੀ ਉਹ ਗੱਲ ਕਰਦੇ ਤਾਂ ਉਹ ਕਾਂਗਰਸ ਪਾਰਟੀ ਦੇ ਵਿੱਚ ਹੀ ਚੋਣ ਆਪਦੇ ਬੰਦਿਆਂ ਨੂੰ ਲੜਾਉਂਦੇ, ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਹੈ, ਸਰਕਾਰ ਨਾਲ ਹੀ ਵਿਕਾਸ ਹੁੰਦਾ। ਸੋ ਉਹਨਾਂ ਨੂੰ ਅਗਰ ਵਿਕਾਸ ਦੀ ਸੋਚ ਹੁੰਦੀ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਬੁਲਾ ਕੇ ਪੁੱਛਿਆ ਵੀ ਦੱਸੋ ਜੀ ਕੀ ਕਰਨਾ, ਕਿਵੇਂ ਕਰਨਾ। ਪਰ ਉਹਨਾਂ ਨੇ ਇਹੀ ਮੇਰੇ ਫਿਊਚਰ ਦਾ ਕੀ ਜੀ, ਬਾਕੀ ਗੱਲਾਂ ਫੇਰ ਕਰਾਂਗੇ। ਅਸੀਂ ਕਿਹਾ ਯਾਰ ਫਿਊਚਰ ਤਾਂ ਬਾਅਦ ਦੀਆਂ ਗੱਲਾਂ ਨੇ, ਆਪਾਂ ਪਹਿਲਾਂ ਪ੍ਰਧਾਨਗੀ ਦੀ MC ਦੀ ਜਿਹੜੀ ਚੋਣ ਹੈ ਇਹਦੇ ਬਾਰੇ ਧਿਆਨ ਦਈਏ। ਸਰ, ਮੰਚ ਵੱਲੋਂ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੇ ਪਹਿਲਾਂ ਵੀ ਬਹੁਤ MC ਜਿਤਾਏ ਨੇ ਤੇ ਇਸ ਵਾਰ ਵੀ ਜਿਤਾਏ ਜਾਣਗੇ। ਦੇਖੋ ਜੀ, ਮੈਂ ਵੀ ਸੁਣਿਆ ਸੀ 1-2 ਥਾਵਾਂ ਤੇ ਬੋਲਦੇ, ਕਹਿੰਦੇ ਜੀ ਮੈਂ 11 ਚੋਂ 7 MC ਜਿਤਾ ਲਏ ਸੀ, ਕਿ ਪਤਾ ਨਹੀਂ 13 ਚੋਂ 11 ਜਿਤਾ ਲਏ ਸੀ। ਸੋ ਇਹ ਜਿਹੜੇ ਦਾਅਵੇ ਕਰਦੇ ਆ, ਇਹਨਾਂ ਨੂੰ ਇਹ ਪੁੱਛੇ ਵੀ ਯਾਰ ਜੇ ਤੁਸੀਂ 11 ਚੋਂ 7 MC ਜਿਤਾ ਕੇ ਤੁਸੀਂ ਇਸ ਕਾਬਲ ਨਹੀਂ ਵੀ ਉਹਨਾਂ ਨੂੰ ਇਕੱਠੇ ਨਾਲ ਨਹੀਂ ਰੱਖ ਸਕੇ, ਉਦੋਂ ਵੀ ਪ੍ਰਧਾਨ ਸਾਡਾ ਬਣਿਆ, 13 ਚੋਂ 11 ਵੀ ਜਿਤਾ ਕੇ ਤੁਸੀਂ ਫੇਰ ਵੀ ਆਪਦਾ ਪ੍ਰਧਾਨ ਨਹੀਂ ਬਣਾ ਸਕੇ, ਤੁਸੀਂ ਜੇ 4 ਬੰਦੇ ਹੀ ਨਹੀਂ ਇਕੱਠੇ ਰੱਖ ਸਕਦੇ, ਆਪਦੇ ਪ੍ਰਧਾਨ ਹੀ ਨਹੀਂ ਬਣਾ ਸਕਦੇ, ਤਾਂ ਤੁਸੀਂ ਚੋਣਾਂ ਕਿਸ ਚੀਜ਼ ਲਈ ਲੜਦੇ ਹੋ? ਤਾਂ ਐਤਕੀ ਵੀ ਲੋਕ ਤੁਹਾਨੂੰ ਵੋਟ ਕਿਉਂ ਪਾਉਣਗੇ? ਮਤਲਬ ਪ੍ਰਧਾਨ ਤੁਸੀਂ ਬਣਾ ਨਹੀਂ ਸਕਦੇ, ਮਿਊਨਿਸਪੈਲਿਟੀ ਤੁਸੀਂ ਚਲਾ ਨਹੀਂ ਸਕਦੇ, ਠੀਕ ਹੈ ਨਾ, ਤਾਂ MC ਜਿਤਾਇਆਂ ਦਾ ਵੀ ਕੀ ਫਾਇਦਾ? ਇਹ ਲੋਕ ਵੀ ਕੁਐਸਚਨ ਕਰਦੇ ਆ ਉਹਨਾਂ ਨੂੰ। ਸਰ, ਤੁਸੀਂ ਵੀ ਮਿਊਨਿਸਪਲ ਕਾਰਪੋਰੇਸ਼ਨ ਚਲਾਈ ਹੈ ਬਿਨਾਂ ਸਰਕਾਰ ਦੀ ਗ੍ਰਾਂਟ ਤੋਂ, ਕੀ ਕਾਰਪੋਰੇਸ਼ਨ ਦੀ ਸੈਲਰੀਜ਼ ਕੱਢਣੀਆਂ ਸੌਖੀਆਂ ਨੇ? ਇਹ ਵੀ ਮੈਂ ਸੁਣਿਆ ਸੀ ਜੀ ਕਿਤੇ, ਕਹਿੰਦੇ ਜੀ ਮਿਊਨਿਸਪੈਲਿਟੀ ਦੀ ਤਾਂ ਕਮਾਈ ਵਾਧੂ ਹੁੰਦੀ ਹੈ ਜੀ, ਇਹਦਾ ਟੈਕਸ ਆ ਜਾਂਦਾ ਜੀ। ਵੀਰ ਜੀ, ਜੇ ਮਿਊਨਿਸਪੈਲਿਟੀ ਦੀ ਕਮਾਈ ਜਾਂ ਟੈਕਸ ਦੇ ਸਿਰ 'ਤੇ ਰਹਿ ਜਾਓ ਨਾ, ਤਾਂ ਤਨਖਾਹਾਂ ਨਹੀਂ ਦੇ ਹੁੰਦੀਆਂ। ਆਹ ਗਲੀਆਂ ਨਾਲੀਆਂ ਸਾਫ਼ ਕਰਨ ਜਿੰਨੇ ਹੀ ਨਹੀਂ ਬੰਦੇ ਰੱਖੇ ਜਾਂਦੇ। ਮੈਂ ਤਾਂ ਮੈਂ ਤਾਂ ਮਤਲਬ ਦੇਖਿਆ ਸਾਰਾ ਆਪ। ਮੈਨੂੰ ਪਤਾ ਹੈ ਪਿਛਲੇ 4 ਸਾਲ ਕਿਵੇਂ ਗ੍ਰਾਂਟਾਂ ਮੰਗ ਕੇ ਮੈਂ ਕੰਮ ਚਲਾਇਆ, ਕਿਉਂਕਿ ਖਜ਼ਾਨਾ ਪਿਛਲੇ ਸਮੇਂ ਦੇ ਅਕਾਲੀ ਦਲ ਦੀ ਸਰਕਾਰ ਵਾਲੇ ਖਾਲੀ ਕਰਕੇ ਛੱਡ ਗਏ ਸੀਗੇ। ਸੋ ਖਜ਼ਾਨੇ ਦੇ ਵਿੱਚ ਬੜੀ ਦਿੱਕਤ ਸੀ ਅਤੇ ਗ੍ਰਾਂਟਾਂ ਦੀ ਵੀ ਜ਼ਰੂਰਤ ਹੁੰਦੀ ਸੀਗੀ, ਅਤੇ ਇੱਥੋਂ ਦੀ ਜਿਹੜੀ ਕਮਾਈ ਅਤੇ ਟੈਕਸ ਉਹਦੇ ਨਾਲ ਤਾਂ ਮੈਂ ਦੱਸਿਆ ਨਾ ਤਨਖਾਹਾਂ ਹੀ ਨਹੀਂ ਪੂਰੀਆਂ ਹੋ ਰਹੀਆਂ ਸੀ। ਸੋ ਮੈਨੂੰ ਪਤਾ ਹੈ ਵੀ ਕਿਵੇਂ ਕਦੇ ਕਿਸੇ ਮੰਤਰੀ ਦੇ ਘਰ, ਕਦੇ ਕਿਸੇ ਦੇ ਘਰ ਥੱਬਾ ਲੈ ਕੇ ਜਾਂਦਾ ਸੀ ਐਪਲੀਕੇਸ਼ਨਾਂ ਦਾ, ਮਿੰਨਤਾਂ ਕਰ ਗੋਡੇ ਫੜ ਵੀ ਬਈ 10 ਲੱਖ ਰੁਪਏ ਦੀ ਗ੍ਰਾਂਟ ਪਾ ਦਿਓ, 20 ਲੱਖ ਦੀ ਗ੍ਰਾਂਟ ਪਾ ਦਿਓ, ਆਹ ਸੜਕ ਪਾ ਦਿਓ, ਆਹ ਥਾਈ ਪਾ ਦਿਓ, ਰਿਕੁਐਸਟ ਕਰਕੇ ਲੈ ਕੇ ਆਉਂਦਾ ਸੀਗਾ। ਜਿਹੜੇ ਲੋਕ ਬਲਕਿ ਪਹਿਲਾਂ ਸਾਡੇ ਪਿੱਛੇ ਫਿਰਦੇ ਸੀਗੇ ਵੀ ਸਾਨੂੰ ਕੁਛ ਨਾ ਕੁਛ ਕਰ ਦਿਓ, ਉਹਨਾਂ ਕੋਲੇ ਅੱਜ ਮੈਨੂੰ ਜਾ ਕੇ ਕਰਨਾ ਪਿਆ। ਪਰ ਮੈਨੂੰ ਉਸ ਦਾ ਕੋਈ ਮਤਲਬ ਫੀਲ ਨਹੀਂ ਹੈ, ਕਿਉਂਕਿ ਮੇਰੇ ਲੋਕਾਂ ਲਈ ਅਗਰ ਮੈਨੂੰ ਭਿਖਾਰੀ ਵੀ ਬਣਨਾ ਪੈਂਦਾ ਤਾਂ ਮੈਂ ਉਸ ਨੂੰ ਵੀ ਮਾਣ ਦੀ ਗੱਲ ਸਮਝਦਾ ਕਿ ਮੈਂ ਆਪਦੇ ਲੋਕਾਂ ਲਈ ਕਰ ਰਿਹਾ। ਅਤੇ ਰੱਬ ਦੀ ਮਿਹਰ ਨਾਲ ਅਤੇ ਸਾਡੇ ਇਲਾਕੇ ਦੇ ਲੋਕਾਂ ਦੀ ਮਿਹਰ ਨਾਲ ਬੀਬੀ ਭੱਠਲ ਦਾ ਜੇ ਇੰਨਾ ਕੁ ਕੱਦ ਬਣਿਆ ਵਾ, ਇੰਨਾ ਕੁ ਸਟੈਂਡਰਡ ਬਣਿਆ ਵਾ ਕਿ ਜਿੱਥੇ ਵੀ ਅਸੀਂ ਗਏ ਹਾਂ ਉੱਥੋਂ ਪਿਆਰ ਅਤੇ ਇੱਜ਼ਤ ਮਿਲੀ ਹੈ। ਹਮੇਸ਼ਾ ਜੋ ਚੀਜ਼ ਮੰਗਣ ਗਿਆ ਮੈਨੂੰ ਮਿਲ ਗਈ। ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡਾ ਜਿਹੜਾ ਵਿੱਤੀ ਕੰਡੀਸ਼ਨ ਹੈ ਉਹ ਠੀਕ ਹੋ ਗਈ ਹੈ, ਅਤੇ ਸਾਨੂੰ ਐਤਕੀ ਫਾਈਨੈਂਸ ਮਿਨਿਸਟਰ ਨੇ ਅਨਾਊਂਸ ਕਰਿਆ ਹੈ ਕਿ ਪੈਸੇ ਕਨੀਓ ਕੋਈ ਕੰਮ ਨਹੀਂ ਰੁਕਣ ਦਿਆਂਗਾ, ਕੋਈ ਦਿੱਕਤ ਨਹੀਂ ਆਊਗੀ। ਸਾਡਾ ਪੰਜਾਬ ਇੱਕ ਵੀ ਦਿਨ ਓਵਰਡਰਾਫਟ ਨਹੀਂ ਰਿਹਾ। ਸੋ ਅੱਗੇ ਤਾਂ ਮੈਨੂੰ ਹੋਰ ਵੀ ਜ਼ਿਆਦਾ ਉਮੀਦ ਹੈ ਕਿ ਅਸੀਂ ਇਕੱਲੀਆਂ ਤਨਖਾਹਾਂ ਜਾਂ ਇਕੱਲੀਆਂ ਨਾਲੀਆਂ ਦੀ ਸਫਾਈ ਵੀ ਜਿਹੜੀ ਪੂਰੀ ਨਹੀਂ ਕਰਾ ਸਕਣਾ ਉਹਦੇ 'ਤੇ ਨਾ ਰਹੀਏ, ਅਸੀਂ ਇਸ ਤਰੀਕੇ ਨਾਲ ਕਰੀਏ ਤਾਂ ਕਿ ਵੱਡੇ ਗੱਫੇ ਲਿਆ ਕੇ ਜਿਹੜੀਆਂ ਇੱਕ ਨਮੂਨੇ ਦੀ ਚੀਜ਼ ਬਣਾ ਸਕੀਏ ਆਪਾਂ। ਇੱਕ ਆਖਰੀ ਸਵਾਲ ਹੈ ਸਿੱਧੂ ਸਾਹਿਬ, ਜਿਹੜਾ 2022 ਦੀਆਂ ਚੋਣਾਂ ਆ ਰਹੀਆਂ ਨੇ, ਅਹਿਮ ਚੋਣਾਂ ਨੇ, ਉਹਨੂੰ ਕਿਵੇਂ ਦੇਖਦੇ ਹੋ ਅਤੇ ਤੁਹਾਡੀ ਕੀ ਪਲੈਨਿੰਗ ਹੈ 2022 ਦੀ ਚੋਣਾਂ ਨੂੰ ਲੈ ਕੇ? ਦੇਖੋ ਜੀ, 2022 ਦੀ ਚੋਣਾਂ ਖਾਸ ਤੌਰ 'ਤੇ ਸਾਡੇ ਹਲਕੇ ਲਈ ਬੜੀ ਇੰਪੋਰਟੈਂਟ ਚੋਣਾਂ ਨੇ, ਕਿਉਂਕਿ ਐਤਕੀ ਵੀ ਅਸੀਂ ਬੜਾ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਹਾਂ ਪਛਤਾਪ, ਕਿਉਂਕਿ ਜਦੋਂ ਅਸੀਂ ਹਾਰੇ ਸੀ ਤਾਂ ਬੜਾ ਝਟਕਾ ਲੱਗਾ। ਦੇਖੋ, ਦੂਸਰਾ ਕੋਈ ਮਰਜ਼ੀ ਸੱਟ ਮਾਰੇ ਫਰਕ ਨਹੀਂ ਪੈਂਦਾ, ਪਰ ਜਦੋਂ ਆਪਦਾ ਮਾਰੇ ਤਾਂ ਉਸ ਦਾ ਦਰਦ ਬਹੁਤ ਡੂੰਘਾ ਹੁੰਦਾ। ਸੋ ਨੋ ਡਾਊਟ ਸਾਡੇ 'ਤੇ ਵੀ ਇਸ ਚੀਜ਼ ਦਾ ਬੜਾ ਅਸਰ ਸੀ, ਮੈਂਟਲੀ ਵੀ, ਇਮੋਸ਼ਨਲੀ ਵੀ ਸਾਡੇ 'ਤੇ ਬੜਾ ਸੀਗਾ। ਅਤੇ ਸਾਨੂੰ ਬਲਕਿ ਲੱਗਿਆ ਵੀ ਯਾਰ ਜੇ ਸਾਡੇ ਲੋਕ ਸਾਡੇ ਤੋਂ ਕੰਮ ਨਹੀਂ ਲੈਣਾ ਚਾਹੁੰਦੇ, ਨਹੀਂ ਕਰਾਉਣਾ ਚਾਹੁੰਦੇ ਤਾਂ ਠੀਕ ਹੈ, ਅਸੀਂ ਘਰੇ ਬਹਿ ਜਾਂਦੇ ਹਾਂ, ਨਹੀਂ ਕਰਦੇ। ਅਤੇ ਬਟ ਫਿਰ ਹੌਲੀ ਹੌਲੀ ਉਰੋਂ ਦੇ ਲੋਕ ਗਏ, ਸਾਰੇ ਬੰਦਿਆਂ ਨੇ ਕਿਹਾ ਵੀ ਨਹੀਂ, ਲਹਿਰੇ ਨੇ ਤੁਹਾਨੂੰ
ਜ਼ਰੂਰਤ ਹੈ, ਲਹਿਰਾ ਤੁਹਾਨੂੰ ਬੁਲਾ ਰਿਹਾ, ਤੁਸੀਂ ਆਓ ਉੱਠ ਕੇ ਕੰਮ ਕਰੋ। ਅਸੀਂ ਵੀ ਆਪਦੇ ਆਪ ਨੂੰ ਸਮੇਟਿਆ ਕਿ ਨਹੀਂ ਯਾਰ, ਆਪਦਾ ਪਰਿਵਾਰ ਹੈ, ਜੋ ਵੀ ਹੈ ਅਸੀਂ ਜਿਵੇਂ ਕਹਿੰਦੇ ਨੇ ਇੱਕ ਪਰਿਵਾਰ 'ਚ ਭਾਂਡੇ ਖੜਕਦੇ ਰਹਿੰਦੇ ਆ। ਸੋ ਉਹ ਚਾਹੇ ਜੋ ਮਰਜ਼ੀ ਹੈ, ਅੱਜ ਅਸੀਂ ਹਾਰੇ ਹਾਂ ਜਿੱਤੇ ਹਾਂ, ਪਰ ਆਪਦਾ ਪਰਿਵਾਰ ਨਹੀਂ ਛੱਡਿਆ ਜਾਂਦਾ। ਐਂ ਘਰੇ ਬਹਿ ਕੇ ਕੰਮ ਨਹੀਂ ਚੱਲਦਾ। ਆਪਾਂ ਆਪਦੇ ਆਪ ਨੂੰ ਸਮੇਟ ਕੇ ਦੁਬਾਰ ਤੋਂ ਤਕੜਾ ਕਰਿਆ, ਹੌਸਲਾ ਬਣਾਇਆ ਕਿ ਯਾਰ ਆਪਾਂ ਠੀਕ ਹੈ। ਸਾਡੇ ਪਰਿਵਾਰ ਵਾਲੇ ਚਾਹੇ ਸਾਨੂੰ ਜੋ ਮਰਜ਼ੀ ਕਹਿਣ, ਸਾਡੇ ਪਰਿਵਾਰ ਵਾਲਿਆਂ ਨੇ ਸਾਨੂੰ ਹਰਾਤਾ, ਕੋਈ ਗੱਲ ਨਹੀਂ, ਪਰ ਅਸੀਂ ਉਹਨਾਂ ਦੀ ਸੇਵਾ ਨਹੀਂ ਛੱਡਾਂਗੇ। ਅਸੀਂ ਅੱਜ ਹਾਰ ਕੇ ਵੀ ਇਹਨਾਂ ਦੇ ਵਿੱਚ ਖੜੇ ਹਾਂ ਅਤੇ ਲਗਾਤਾਰ ਮਿਹਨਤ ਕਰਦੇ ਆ ਰਹੇ ਹਾਂ, ਤਾਂ ਆਪਦੇ ਆਪ ਨੂੰ ਸਮੇਟ ਕੇ ਹੁਣ ਕੰਮ ਸ਼ੁਰੂ ਕਰਿਆ। ਸੋ ਉਸ ਦੇ ਵਿੱਚ ਜਿਵੇਂ ਮੈਂ ਦੱਸਿਆ ਵੀ ਹੁਣ ਮੈਨੂੰ ਉੱਤੋਂ ਮੌਕਾ ਮਿਲ ਗਿਆ ਉਰੇ ਸ਼ਿਫਟ ਕਰਨ ਦਾ। ਸੋ ਸਾਡੀ ਇਹੀ ਸੋਚ ਹੈ ਕਿ ਜੋ ਤਾਕਤ ਆਪਣੇ ਕੋਲੇ ਆਉਂਦੀ ਰਹਿ ਗਈ, ਜੋ ਪੰਜਾਬ ਦੀ ਨੁਮਾਇੰਦਗੀ ਆਪਣੇ ਕੋਲੇ ਆਉਂਦੀ ਰਹਿ ਗਈ, ਅਗਰ ਬੀਬੀ ਜੀ ਡਿਪਟੀ CM ਜਾਂ ਕੋਈ ਵੱਡੇ ਅਹੁਦੇ 'ਤੇ ਹੁੰਦੇ ਤਾਂ ਅੱਜ ਨੂੰ ਆਹ ਗ੍ਰਾਂਟਾਂ ਲਈ ਸਾਨੂੰ ਮੰਗਣਾ ਪੈਂਦਾ, ਅੱਜ ਨੂੰ ਸਾਨੂੰ ਮਿੰਨਤਾਂ ਕਰਨੀਆਂ ਪੈਣੀਆਂ ਲੱਖਾਂ ਲਈ। ਕਰੋੜਾਂ ਰੁਪਏ ਦੀ ਗ੍ਰਾਂਟਾਂ ਰੁੜਦੀਆਂ ਫਿਰਦੀਆਂ ਸੀ ਉਰੇ, ਕਿਉਂਕਿ ਆਪਦੇ ਕੋਲੇ ਤਾਕਤ ਹੋਣੀ ਸੀਗੀ, ਜੋ ਮਰਜ਼ੀ ਖਿੱਚ ਕੇ ਲੈ ਆਉਂਦੇ ਇੱਥੇ। ਅਤੇ ਸਭ ਤੋਂ ਵੱਡੀ ਗੱਲ ਤਾਂ ਜ਼ਿਲ੍ਹਾ ਬਣ ਜਾਣਾ ਸੀ ਸਾਡਾ, ਕਿਉਂਕਿ CM ਸਾਹਿਬ ਨੇ 2017 ਦੀ ਇਲੈਕਸ਼ਨ ਦੌਰਾਨ ਜੀ ਇੱਥੇ ਅਨਾਜ ਮੰਡੀ 'ਚ ਆ ਕੇ ਅਨਾਊਂਸ ਕਰਿਆ ਸੀ, ਘੋਸ਼ਣਾ ਕਰੀ ਸੀ। ਇੱਕ ਤਾਂ ਆਪਾਂ ਵਾਅਦਾ ਕਰਦੇ ਆ, ਇੱਕ ਅਨਾਊਂਸ ਘੋਸ਼ਣਾ ਕਰਦੇ ਹਾਂ। ਉਹਨਾਂ ਨੇ ਘੋਸ਼ਣਾ ਕਰਿਆ ਸੀ ਕਿ ਅਗਰ ਬੀਬੀ ਭੱਠਲ ਇੱਥੋਂ ਜਿੱਤਣਗੇ ਤਾਂ ਲਹਿਰੇ ਨੂੰ ਜ਼ਿਲ੍ਹਾ ਬਣਾਊਗਾ। ਲਹਿਰਾ ਜ਼ਿਲ੍ਹਾ ਬਣ ਜਾਂਦਾ ਜੀ, ਤਾਂ ਉਹਦੇ ਵਿੱਚ ਮੇਰਾ ਕੋਈ ਨਿੱਜੀ ਫਾਇਦਾ ਨਹੀਂ ਹੋਣਾ ਸੀ, ਸਾਡੇ ਇਲਾਕੇ ਦਾ ਪਰ ਇੰਨਾ ਬੈਨੀਫਿਟ ਹੋ ਜਾਣਾ ਸੀ ਵੀ ਸਾਡੇ ਜਦੋਂ ਘਰ ਦੇ ਵਿੱਚ DC SSP DDPO ਸਾਰੇ ਵੱਡੇ ਆਫਿਸਰਸ ਜਦੋਂ ਘਰ ਦੇ ਵਿੱਚ ਆ ਕੇ ਬੈਠਣੇ ਸੀ, ਪਹਿਲੀ ਗੱਲ ਤਾਂ ਕੰਮ ਕਰਾਉਣਾ ਇੰਨਾ ਆਸਾਨ ਹੋ ਜਾਣਾ ਸੀ ਵੀ ਪੜਾਕ ਘਰੋਂ ਨਿਕਲੋ, ਗਵਾਂਢ 'ਚ SSP ਬੈਠਾ। ਦੂਸਰੀ ਗੱਲ, ਸ਼ਹਿਰ ਦੀ ਡਿਵੈਲਪਮੈਂਟ ਹੋ ਜਾਣੀ ਸੀ, ਵੱਡੇ ਸੰਗਰੂਰ, ਪਟਿਆਲਾ, ਬਰਨਾਲਾ ਵੱਡੇ ਸ਼ਹਿਰਾਂ ਵਾਂਗੂ ਸਾਡਾ ਵੀ ਸ਼ਹਿਰ ਬਣ ਜਾਣਾ ਸੀਗਾ। ਤੀਸਰੀ ਗੱਲ ਜੀ, ਉਰੇ ਜਦੋਂ ਆ ਕੇ ਸਾਰੇ ਆਫਿਸਿਸ ਬਣਨੇ ਸੀ, ਕਿਉਂਕਿ ਦਫ਼ਤਰਾਂ ਨੇ ਨੈਚੁਰਲੀ ਜੇ ਅਫਸਰਸ਼ਾਹੀ ਸਾਰੀ ਐਡੀ ਵੱਡੀ ਗਿਣਤੀ 'ਚ ਉਰੇ ਆਊਗੀ ਤਾਂ ਉਹਨਾਂ ਨੂੰ ਬੈਠਣ ਲਈ ਦਫ਼ਤਰ ਵੀ ਚਾਹੀਦੇ, ਰਹਿਣ ਲਈ ਘਰ ਵੀ ਚਾਹੀਦੇ ਹੈ, ਇਮਾਰਤਾਂ ਬਣਨੀਆਂ, ਉਸਾਰੀਆਂ ਹੋਣੀਆਂ, ਤਾਂ ਸਾਡੀ ਲੇਬਰ ਨੂੰ ਬੈਨੀਫਿਟ ਹੋਣਾ ਸੀ, ਸਾਡੇ ਜਿਹੜੇ ਦੁਕਾਨਦਾਰ ਸੀਮੈਂਟ ਸਰੀਏ ਵਾਲੇ ਹੋਰ ਟਰੇਡਰਸ ਨੇ ਉਹਨਾਂ ਨੂੰ ਬੈਨੀਫਿਟ ਹੋਣਾ ਸੀਗਾ। ਐਡੀ ਵੱਡੀ ਗਿਣਤੀ 'ਚ ਕੰਸਟਰਕਸ਼ਨ ਹੋਣੀ ਸੀ, ਸੈਕਟਰੀਏਟਸ ਬਣਨੇ ਸੀ। ਫਿਰ ਉਹਦੇ ਔਨ ਟੋਪ ਆਫ ਦੈਟ ਜੀ ਜਿਹੜਾ ਇੰਪਲੋਏ ਲੱਗਣੇ ਸੀਗੇ, ਸਟਾਫ ਰੱਖਿਆ ਜਾਣਾ ਸੀ ਸਰਕਾਰੀ ਦਫ਼ਤਰਾਂ ਦੇ ਵਿੱਚ, ਕਲਰਕ PN ਉਹ ਸਾਰੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਸੀ। ਅੱਛਾ, ਆਲੇ ਦੁਆਲੇ ਦੀ ਸਟੇਟਾਂ, ਆਲੇ ਦੁਆਲੇ ਦੇ ਆਪਣਾ ਸਬ ਡਿਵੀਜ਼ਨਸ ਤੋਂ ਜਦੋਂ ਲੋਕਾਂ ਨੇ ਉਰੇ ਕੰਮ ਕਰਾਉਣ ਲਈ ਹਜ਼ਾਰਾਂ ਲੋਕਾਂ ਨੇ ਡੇਲੀ ਇੱਥੇ ਆਉਣਾ ਸੀ, ਸਾਡਾ ਬਾਜ਼ਾਰ ਖੁਸ਼ਹਾਲ ਹੋ ਜਾਣਾ ਸੀ। ਸੋ ਇਹ ਇੱਕ ਬਹੁਤ ਵੱਡਾ ਬੈਨੀਫਿਟ ਸੀ। ਦੂਸਰਾ, ਜੇ ਆਪਣੇ ਕੋਲੇ ਤਾਕਤ ਹੁੰਦੀ ਤਾਂ ਫੈਸਲਾ ਸੀ ਵੀ ਸਾਡੇ ਪੰਜਾਬ ਦੇ ਵਿੱਚ, ਕਿਉਂਕਿ ਇੰਡਸਟਰੀ ਦੀ ਵੈਸੇ ਹੀ ਬੜੀ ਕਮੀ ਹੈ, ਕਿਉਂਕਿ ਜਿੰਨੀ ਇੰਡਸਟਰੀ ਸੀਗੀ ਜ਼ਿਆਦਾਤਰ ਉਹ ਤੁਸੀਂ ਨੂੰ ਯਾਦ ਹੋਊਗਾ ਜਦੋਂ ਬੱਦੀ ਨੂੰ ਸਪੈਸ਼ਲ ਇਕਨੋਮਿਕ ਜ਼ੋਨ ਬਣਾਇਆ ਗਿਆ, ਉਹ ਇੱਕ ਹਿਮਾਚਲ ਦਾ ਇੱਕ ਜੰਗਲ ਸੀ ਜਿੱਥੇ ਉਹਨਾਂ ਨੇ ਕਹਿਤਾ ਵੀ 10 ਸਾਲ ਲਈ ਟੈਕਸ ਦੀ ਮਾਫੀ ਹੈ, ਅਤੇ ਸਾਰੀ ਇੰਡਸਟਰੀ ਉੱਥੇ ਭੱਜ ਗਈ ਸੀਗੀ। ਸੋ ਉਸੇ ਤਰੀਕੇ ਨਾਲ ਸਾਨੂੰ ਇਹ ਸੀ ਵੀ ਕਿਉਂਕਿ ਸਾਡਾ ਵੀ ਬੈਕਵਰਡ ਏਰੀਆ ਹੈ, ਤਾਂ ਇੱਥੇ ਵੀ ਇੱਕ ਆਈ ਸਪੈਸ਼ਲ ਇਕਨੋਮਿਕ ਜ਼ੋਨ ਅਨਾਊਂਸ ਕਰਿਆ ਜਾਵੇ ਜਿੱਥੇ 30 ਸਾਲ ਲਈ ਅੱਧਾ ਟੈਕਸ ਅਤੇ ਅੱਧੀ ਬਿਜਲੀ ਦਾ ਮਾਫੀ ਹੋਵੇ। ਅਤੇ ਜੇ ਇਹ ਚੀਜ਼ ਸਾਡੇ ਉਰੇ ਹੋ ਜਾਂਦੀ ਤਾਂ ਸਾਰੀ ਜਿਹੜੀ ਇੰਡਸਟਰੀ ਆਲੇ ਦੁਆਲੇ ਦੀ ਉਹ ਇੱਥੇ ਆ ਜਾਣੀ, ਦੂਰੋਂ ਸਟੇਟਾਂ ਤੋਂ ਇੰਡਸਟਰੀ ਸਾਡੇ ਇੱਥੇ ਆ ਜਾਣੀ ਸੀ, ਸਾਡਾ ਇੱਕ ਖੁਸ਼ਹਾਲ ਵੱਡਾ ਸ਼ਹਿਰ ਬਣ ਕੇ ਅਸੀਂ ਉੱਭਰਨਾ ਸੀ। ਸੋ ਇਹੋ ਜਿਹੀਆਂ ਬਹੁਤ ਵੱਡੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਸਾਡੇ ਕੋਲੇ ਆਉਂਦੀਆਂ ਨਿਕਲ ਗਈਆਂ। ਸੋ ਹੁਣ ਸਾਡੀ ਸੋਚ ਹੈ ਵੀ 2022 'ਚ ਫਿਰ ਸਾਫ਼ ਨਜ਼ਰ ਆ ਰਿਹਾ ਵੀ ਕਾਂਗਰਸ ਦੀ ਸਰਕਾਰ ਬਣ ਰਹੀ ਹੈ, ਇਕੱਲੇ ਨੂੰ ਪਤਾ ਹੈ, ਕਿਉਂਕਿ ਦੂਜੀ ਪਾਰਟੀਆਂ ਦੇ ਟੁਕੜੇ ਹੋ ਗਏ, ਅਕਾਲੀ ਦਲ ਦੇ 3 ਟੁਕੜੇ ਹੋ ਗਏ, BJP ਅੱਡ ਨਿਕਲ ਗਈ, ਅਕਾਲੀ ਦਲ ਦੇ 2 ਟੁਕੜੇ ਅਲੱਗ ਹੋ ਗਏ, ਆਮ ਆਦਮੀ ਪਾਰਟੀ ਮਾਲਵੇ ਤੋਂ ਬਾਅਦ ਵੈਸੇ ਹੀ ਉਹਦਾ ਵਜੂਦ ਕੋਈ ਨਹੀਂ, ਉਹ ਵੀ ਅੱਜ ਖਤਮ ਹੋਈ ਫਿਰਦੀ ਹੈ। ਸੋ ਸਰਕਾਰ ਕਾਂਗਰਸ ਦੀ ਬਣਨੀ ਹੈ, ਬਟ ਉਹ ਸਰਕਾਰ ਦੇ ਵਿੱਚ ਅਸੀਂ ਕੀ ਰੋਲ ਨਿਭਾਉਂਦੇ ਹਾਂ, ਲਹਿਰੇ ਕੋਲੇ ਕਿੰਨੀ ਪਾਵਰ ਆਉਂਦੀ ਹੈ, ਇਸ ਨੂੰ ਮੇਕ ਸ਼ੋਰ ਕਰਨ ਲਈ ਸਾਨੂੰ ਜ਼ਰੂਰਤ ਹੈ ਵੀ ਆ ਜੋ ਰਹਿੰਦਾ ਸਮਾਂ ਹੈ ਇਸ ਦੇ ਵਿੱਚ ਅਸੀਂ ਇੰਨੀ ਡਟ ਕੇ ਮਿਹਨਤ ਕਰੀਏ, ਇੰਨਾ ਜ਼ੋਰ ਲਗਾਈਏ ਕਿ 2022 ਦੇ ਵਿੱਚ ਬੀਬੀ ਭੱਠਲ ਨੂੰ ਤਾਂ ਇੱਥੇ ਗੇੜਾ ਨਾ ਮਾਰਨਾ ਪਵੇ, ਉਹ ਪੰਜਾਬ ਦੇ ਵਿੱਚ ਜਾ ਕੇ ਰੋਲ ਨਿਭਾਉਣ, ਅਤੇ ਅਸੀਂ ਪੰਜਾਬ ਦੇ ਵਿੱਚ ਜਿਹੜੀ ਅਗਲੀ ਬਣਨ ਵਾਲੀ ਸਰਕਾਰ ਹੈ ਉਹਦੇ ਵਿੱਚੋਂ ਇੱਕ ਵੱਡੀ ਤਾਕਤ ਖਿੱਚ ਕੇ ਸਾਡੇ ਲਹਿਰੇ ਦੇ ਵਿੱਚ ਲੈ ਕੇ ਆਏ। ਇਸ ਲਈ 2022 ਦੀ ਮਹੱਤਵਪੂਰਨ ਚੋਣ ਬਹੁਤ ਜ਼ਿਆਦਾ ਹੈ, ਜਿਹਦੇ ਲਈ ਅਸੀਂ ਪੂਰੇ ਲੱਗੇ ਹੋਏ ਹਾਂ, ਤਨਦੇਹੀ ਨਾਲ। ਪੂਰਾ ਇਲਾਕਾ ਇਸ ਚੀਜ਼ ਨੂੰ ਮਹਿਸੂਸ ਕਰਦਾ ਵੀ ਇੱਕ ਵਾਰੀ ਫਿਰ ਉਹ ਤਾਕਤ ਇੱਥੇ ਲੈ ਕੇ ਆਉਣੀ ਹੈ, ਇੱਕ ਵਾਰੀ ਫਿਰ ਉਹ ਦਿਨ ਇੱਥੇ ਲੈ ਕੇ ਆਉਣੇ ਹੈ ਜਦੋਂ ਪੰਜਾਬ ਦੇ ਲੋਕ ਇਹ ਸੋਚਦੇ ਹੁੰਦੇ ਸੀ ਵੀ ਯਾਰ ਲਹਿਰੇ ਦਾ ਜੇ ਕੋਈ ਰਿਸ਼ਤੇਦਾਰ ਨਿਕਲਿਆ ਆਵੇ ਨਾ, ਸਵਾਦ ਆ ਜੂ, ਸਿੱਧਾ ਮੁੱਖ ਮੰਤਰੀ ਨੂੰ ਹੱਥ ਪੈ ਜਾਊਗਾ। ਸੋ ਉਹ ਤਾਕਤ ਇੱਕ ਵਾਰੀ ਫਿਰ ਇੱਥੇ ਲੈ ਕੇ ਆਉਣੀ ਹੈ। ਬਹੁਤ ਬਹੁਤ ਧੰਨਵਾਦ ਰਾਹੁਲ ਸਿੱਧੂ ਜੀ ਆਪਣਾ ਸਮਾਂ ਦੇਣ ਲਈ। ਤੁਸੀਂ ਵੇਖਿਆ ਇਹ ਸਨ ਸਾਡੇ ਨਾਲ ਬੀਬੀ ਰਜਿੰਦਰ ਕੌਰ ਭੱਠਲ ਦੇ ਸੁਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ, ਜਿਨ੍ਹਾਂ ਨੇ ਕਿਹਾ ਕਿ ਲਹਿਰੇ ਦੇ ਵਿੱਚ ਇਸ ਵੇਲੇ ਭੱਠਲ ਪਰਿਵਾਰ ਦੀ ਪੂਰੀ ਲਹਿਰ ਹੈ, ਅਤੇ ਜਿਹੜਾ ਭੱਠਲ ਪਰਿਵਾਰ ਹੈ ਪੂਰਾ ਦਾ ਪੂਰਾ ਆ ਕੇ ਲਹਿਰੇ ਬੈਠ ਗਿਆ ਹੈ, ਅਤੇ ਲਹਿਰੇ ਦੇ ਵਿੱਚ ਕਿਸੇ ਵੀ ਆਮ ਲੋਕਾਂ ਨੂੰ ਕੋਈ ਕੰਮ ਕਰਵਾਉਣ ਲਈ ਕੋਈ ਕਮੀ ਨਹੀਂ ਆਊਗੀ। ਸਕਾਈ ਨਿਊਜ਼ ਪੰਜਾਬ ਦੇਖਣ ਲਈ ਧੰਨਵਾਦ।